ਜਿਸਨੂੰ ਸਤਿਗੁਰ ਮੇਲੇ ਸੋ ਗੁਣ ਰਵੈ। ਗੁਣ ਆਖ ਵਖਾਣੀ ਨਾਨਕ ਸੱਚਾ ਸੱਚ ਹੈ। ਬੁਝ ਸੱਚ ਸਮਾਣੀ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਸੁਲਤਾਨੁਲ ਕੌਮ ਖੁਦ ਖੁਦਾ ਕਾਇਨਾਤ ਦੇ ਮਾਲਕ ਤਿੰਨਾਂ ਦੇ ਪਾਵਨ ਚਰਨਾਂ ਦੇ ਵਿੱਚ ਗੁਰਦੁਆਰਾ ਸ਼੍ਰੀ ਬੰਗਲਾ ਸਾਹਿਬ ਜੀ ਵਿਖੇ ਆਪ ਸੰਗਤਾਂ ਹਾਜ਼ਰੀਨ ਹੋ। ਬੜੇ ਸਹਿਜ ਵਿੱਚ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਹੁਣਾਂ ਨੇ ਤੁਰਕੀ ਬਾਣੀ ਦਾ ਫੁਰਮਾਨ ਆਪ ਸੰਗਤ ਨੂੰ ਸਰਵਣ ਕਰਵਾਉਣਾ ਕੀਤਾ ਹੈ। ਆਓ ਚੱਲ ਰਹੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਪਾਕ ਬਾਣੀ ਦਸਮ ਗ੍ਰੰਥ ਸਾਹਿਬ ਦੀ ਕਥਾ ਦੇ ਨਾਲ ਜੁੜ ਕੇ ਸਮੇਂ ਨੂੰ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਫੁਰਮਾਨ ਹੈ, ਵਾਹੋ ਵਾਹੋ ਬਾਣੀ ਸੱਚ ਹੈ, ਸੱਚ ਮਿਲਾਵਾ ਹੋਏ। ਗਲੂਏ ਮੁਬਾਰਕ ਤੋਂ ਪ੍ਰਗਟ ਹੋਏ ਗੁਰੂ ਕੇ ਜਿਹੜੇ ਬੋਲ ਨੇ ਇਹ ਪਰਮਾਤਮਾ ਦੇ ਬੋਲ ਨੇ, ਸੱਚ ਸਰੂਪ ਦੇ ਬੋਲ ਨੇ। ਔਰ ਜੋ ਇਹਨਾਂ ਬੋਲਾਂ ਨਾਲ ਜੁੜ ਜਾਂਦਾ ਹੈ ਉਹ ਸੱਚ ਦੇ ਨਾਲ ਪਰਮਾਤਮਾ ਨਾਲ ਜੁੜ ਜਾਂਦਾ ਹੈ। ਨਾਨਕ ਵਾਹੋ ਵਾਹੋ ਕਰਤਿਆਂ ਪ੍ਰਭ ਪਾਇਆ ਕਰਮ ਪ੍ਰਾਪਤ ਹੋਏ। ਜਿਹੜਾ ਤੇ ਬਾਣੀ ਦੀ ਸਲਾਹੁਤਾ ਕਰਦਾ ਹੈ, ਮਹਾਰਾਜ ਕਹਿੰਦੇ ਨੇ ਉਹ ਚੰਗੇ ਕਰਮਾਂ ਦੇ ਸਹਿਤ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ। ਤੇ ਜਿਹੜੇ ਰਾਮ ਰਾਏ ਜੀ ਵਾਂਗੂ ਬਾਣੀ ਦੀ ਬੇਅਦਬੀ ਕਰਦੇ ਨੇ, ਬਾਣੀ ਤੇ ਕਿੰਤੂ ਪਰੰਤੂ ਕਰਦੇ ਨੇ, ਅਦਬ ਸਤਿਕਾਰ ਨਹੀਂ ਰੱਖਦੇ, ਉਹਨਾਂ ਦਾ ਲੋਕ ਵੀ ਗਿਆ ਤੇ ਪਰਲੋਕ ਵੀ ਗਿਆ। ਜਿਹੜੇ ਬਾਣੀ ਨੂੰ ਸੱਚ ਕਰਕੇ ਮੰਨਦੇ ਨੇ, ਸੱਚ ਮਿਲਾਵਾ ਹੋਏ, ਉਹ ਸੱਚ ਸਰੂਪ ਪਰਮਾਤਮਾ ਵਿੱਚ ਅਭੇਦ ਹੁੰਦੇ ਨੇ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਮਨੁੱਖਤਾ ਦੇ ਅੰਦਰ ਵਿਕਾਰਾਂ ਦੇ ਟਾਕਰੇ ਹਿੱਤ, ਮਨੁੱਖਤਾ ਦੇ ਅੰਦਰ ਪ੍ਰਤੱਖ ਜ਼ੁਲਮੋਂ ਸਤਮ ਢਾਉਣ ਵਾਲਿਆਂ ਦੇ ਟਾਕਰੇ ਹਿੱਤ ਵੀਰ ਰਸ ਪੈਦਾ ਕਰਨ ਲਈ ਉਸ ਅਕਾਲ ਪੁਰਖ ਦਾ ਇੱਕ ਚਿੱਤਰਣ ਕਰਦੇ ਨੇ ਆਪਣੀ ਪੁਰਜ਼ੋਰ ਕਲਮ ਦੇ ਨਾਲ। ਮਹਾਰਾਜ ਉਸ ਦਾ ਰੂਪ ਦਰਸਾਉਂਦੇ ਨੇ ਬੜਾ ਜੰਗਜੂ, ਬੜਾ ਵੀਰ ਰਸੀ, ਬੜਾ ਬਰਕਤਾਂ ਭਰਪੂਰ ਅਜ਼ਮਤੀ, ਤੇ ਕਈ ਵਾਰ ਉਹਦਾ ਰੂਪ ਪ੍ਰੇਮ ਰਸੀ ਦਿਖਾ ਦਿੰਦੇ ਨੇ, ਸ਼ਾਂਤ ਚਿੱਤ। ਹੁਕਮ ਕਰਦੇ ਨੇ ਪਾਤਸ਼ਾਹ, ਸ਼ੁਭੰ ਜੀਬ ਜਵਾਲੰ ਸੋ ਦਾੜਾ ਕਰਾਲੰ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਉਹ ਜਿਹੜਾ ਪਰਮੇਸ਼ਰ ਹੈ, ਜਦੋਂ ਉਹਦੇ ਹੁਕਮ ਦੇ ਵਿੱਚ ਸੂਰਬੀਰਾਂ ਦੇ ਦੋ ਹੱਥ ਹੁੰਦੇ ਨੇ ਨਾ,
ਮਹਾਰਾਜ ਪਿੱਛੇ ਜ਼ਿਕਰ ਕਰ ਆਏ ਨੇ ਜੁਟੰ ਸੁਧਾਰੰ ਚਤੁਰ ਬਾਹਾਂ ਚਾਰੰ। ਦੋ ਬਾਹਾਂ ਇੱਕ ਸੂਰਬੀਰ ਦੀਆਂ ਤੇ ਦੋ ਦੂਸਰੇ ਦੀਆਂ ਜਦੋਂ ਚਾਰ ਬਾਹਾਂ ਭਿੜਦੀਆਂ ਨੇ। ਹੁਣ ਮੈਦਾਨੇ ਜੰਗ ਦੇ ਵਿੱਚ ਕੀ ਹੈ, ਜਦੋਂ ਸੂਰਬੀਰ ਭਿੜਦੇ ਨੇ ਤੇ ਕਹਿੰਦੇ ਫਿਰ ਕਾਲ ਦਾ ਰੂਪ ਕੈਸਾ ਹੈ, ਮੌਤ ਦਾ ਰੂਪ ਦਰਸਾਉਂਦੇ ਨੇ ਜੋ ਪਰਮਾਤਮਾ ਦੇ ਅਕਾਲ ਦੇ ਹੁਕਮ ਵਿੱਚ ਹੈ। ਕਹਿੰਦੇ ਸੁਭੰ ਜੀਵ ਜਵਾਲੰ, ਉਹਦਾ ਜਿਹੜਾ ਕਾਲ ਹੈ ਉਹਦੀ ਸੁਭੰ ਸ਼ੋਭਾ ਬੜੀ ਹੈ, ਭਾਵ ਵਡਿਆਈ ਦੇ ਸਹਿਤ ਹੈ, ਤਾਕਤਵਰ ਬੜਾ ਹੈ। ਔਰ ਜੀਭ ਉਹਦੀ ਜਿਹੜੀ ਹੈ ਨਾ ਜਵਾਲੰ, ਅੱਗ ਉਗਲਦੀ ਹੈ। ਮੈਦਾਨੇ ਜੰਗ ਵਿੱਚ ਅੱਗ ਹੀ ਉਗਲੀ ਜਾਂਦੀ ਹੈ ਵੀਰ ਰਸਤੇ ਵਿੱਚ, ਜਿਵੇਂ ਅੱਗ ਸਾੜਦੀ ਹੈ, ਖੁਰਾ ਖੋਜ ਮਿਟਾਉਂਦੀ ਹੈ, ਇਉਂ ਕਾਲ ਮੈਦਾਨੇ ਜੰਗ ਵਿੱਚ ਖੁਰਾ ਖੋਜ ਮਿਟਾਉਂਦਾ ਹੈ। ਸੋ ਦਾੜਾ ਕਰਾਲੰ, ਦਾੜਾਂ ਕਾਹਦੇ ਲਈ ਨੇ, ਖਾਣਾ ਚਬਾਉਣ ਲਈ, ਪਚਾਉਣ ਲਈ। ਕਹਿੰਦੇ ਫਿਰ ਮੈਦਾਨੇ ਜੰਗ ਵਿੱਚ ਜਿਹੜਾ ਕਾਲ ਹੈ ਨਾ, ਅਕਾਲ ਪੁਰਖ ਦੇ ਹੁਕਮ ਵਿੱਚ ਚਬਾ ਚਬਾ ਕੇ ਸੂਰਮਿਆਂ ਨੂੰ ਸੁੱਟ ਦਿੰਦਾ ਹੈ। ਇਉਂ ਖੁਰਾ ਖੋਜ ਸੂਰਮਿਆਂ ਦਾ ਮਿਟ ਜਾਂਦਾ ਹੈ। ਕਰਾਲੰਗ ਤੋਂ ਭਾਵ ਹੈ ਭਿਅੰਕਰ। ਬਜੀ ਬੰਬ ਸ਼ੰਖੰ ਉਠੇ ਨਾਦ ਬੰਖੰ, ਬੰਬ ਕਹਿੰਦੇ ਨੇ ਨਗਾਰੇ ਦੀ ਚੋਟ ਨੂੰ, ਜਿਵੇਂ ਸਿੰਘ ਜਕਾਰੇ ਤੇ ਨਗਾਰਾ ਵਜਾਉਂਦੇ ਨੇ। ਮੈਦਾਨੇ ਜੰਗ ਵਿੱਚ ਨਗਾਰੇ ਵੱਜਦੇ ਨੇ, ਸ਼ੰਖਾਂ ਦੀ ਗੂੰਜ ਉੱਠਦੀ ਹੈ। ਉਠੇ ਨਾਦ ਬੰਖੰ, ਬੰਖ ਜਿਹੜਾ ਲਫ਼ਜ਼ ਹੈ ਨਾ, ਇਹ ਸਮੁੰਦਰ ਲਈ ਆਇਆ ਹੈ। ਜਿਵੇਂ ਸਮੁੰਦਰ ਦੀਆਂ ਤੰਗਾਂ ਲਹਿਰਾਂ ਉਛਲਦੀਆਂ ਨੇ, ਜਦੋਂ ਇੱਕ ਆਵਾਜ਼, ਇੱਕ ਨਾਦ, ਇੱਕ ਸ਼ਬਦ ਪੈਦਾ ਕਰਦੀਆਂ ਨੇ, ਉਹ ਬੜਾ ਡਰਾਵਣਾ ਜਿਹਾ ਭਿਅੰਕਰ ਹੁੰਦਾ। ਕਹਿੰਦੇ ਉਹ ਮੈਦਾਨੇ ਜੰਗ ਵਿੱਚ ਭਿਅੰਕਰ ਸ਼ੋਰ ਮੱਚਿਆ ਹੋਇਆ ਹੈ ਸ਼ੰਖਾਂ ਦਾ। ਸ਼ੋਭੰ ਰੂਪ ਸ਼ਿਆਮੰ ਮਹਾ ਸ਼ੋਭ ਧਾਮੰ, ਸ਼ੋਭੰਗ ਤੋਂ ਭਾਵ ਹੈ ਜਿਹਦਾ ਜਸ ਹੋ ਰਿਹਾ ਹੈ ਦੁਨੀਆ ਦੇ ਵਿੱਚ, ਸ਼ੋਭਾ ਹੋ ਰਹੀ ਹੈ। ਸ਼ੋਭੰ ਰੂਪ ਸ਼ਿਆਮੰ, ਕਹਿੰਦੇ ਜਿਹੜੀ ਉਹਦੀ ਘੱਲੀ ਮੌਤ ਹੈ ਨਾ, ਜੋ ਉਸ ਦਾ ਹੁਕਮ ਵਿੱਚ ਚੱਲਣ ਵਾਲਾ ਕਾਲ ਹੈ, ਅਕਾਲ ਦੇ ਹੁਕਮ ਵਿੱਚ ਜੋ ਚੱਲਦਾ ਹੈ, ਜੀਵਨ ਦੇ ਵਿੱਚ ਅੰਧਕਾਰ ਕਰ ਦਿੰਦਾ ਹੈ, ਸ਼ਿਆਮਤਾ ਫੈਲਾ ਦਿੰਦਾ ਹੈ, ਕਾਲਖ ਫੈਲਾ ਦਿੰਦਾ ਹੈ। ਕਹਿ ਦਿੰਦੇ ਨਾ, ਮੌਤ ਆਈ ਹੋਵੇ ਤੇ ਅੱਖਾਂ ਸਾਵੇਂ ਹਨੇਰਾ ਹੋ ਜਾਂਦਾ ਹੈ। ਮਹਾਰਾਜ ਕਹਿੰਦੇ ਉਹ ਬੜਾ ਭਿਅੰਕਰ ਹੈ। ਮਹਾਸ਼ੋਭ ਧਾਮੰਗ, ਤੇ ਜਿਹੜੇ ਧਾਮ ਤੋਂ ਆਇਆ ਹੈ ਨਾ, ਅਕਾਲ ਪੁਰਖ ਦੇ ਦਰ ਤੋਂ, ਉਸ ਧਾਮ ਦੀ ਸ਼ੋਭਾ ਜਿਹਨੂੰ ਕਹਿੰਦੇ ਨੇ ਸੱਚਖੰਡ ਵਸੈ ਨਿਰੰਕਾਰ, ਉਹਦੀ ਸ਼ੋਭਾ ਗਲੂਏ ਨਾਲ, ਜ਼ੁਬਾਨ ਦੇ ਨਾਲ ਗਾ ਲੈਣੀ, ਅੰਤ ਪਾ ਲੈਣਾ, ਇਹ ਮਹਾਰਾਜ ਕਹਿੰਦੇ ਮੁਸ਼ਕਲ ਹੈ। ਸ਼ਬੇ ਚਾਰ ਚਿਤਰੰ ਪਰੇਅੰ ਪਵਿੱਤਰੰ, ਉਸ ਮਹਿਲ ਦੇ ਰਾਜੇ, ਸੱਚਖੰਡ ਦੇ ਰਾਜੇ ਅਕਾਲ ਪੁਰਖ ਦਾ ਕਹਿੰਦੇ ਚਿੱਤਰ ਜਿਹੜਾ ਹੈ ਨਾ, ਚਾਰ ਤੋਂ ਭਾਵ ਹੈ ਬੜਾ ਸੁੰਦਰ ਹੈ। ਸ਼ਬ ਦਾ ਮਤਲਬ ਹੁੰਦਾ ਸ਼ਬੇ ਦਾ, ਸ਼ਬ ਦਾ। ਉਸ ਅਕਾਲ ਪੁਰਖ ਸੁੰਦਰ ਸਰੂਪ ਦਾ ਦੁਨੀਆ ਤੇ ਦਬਦਬਾ ਬੜਾ ਹੈ। ਉਹਦੇ ਹੁਕਮ ਤੋਂ ਲਹਿਦਾ ਪੱਖਾ ਰੰਚਕ ਮਾਤਰ ਨਹੀਂ ਹਿੱਲ ਸਕਦਾ। ਪੱਤੇ ਦੀ ਹਸਤੀ ਤੇ ਕੀ, ਬੜੇ ਬੜੇ ਰਾਜੇ ਮਹਾਰਾਜੇ ਨਹੀਂ ਹਿੱਲ ਸਕਦੇ। ਸੋ ਦਾ ਦੁਨੀਆ ਤੇ ਦਬਦਬਾ ਹੈ। ਪਰੇਅੰ ਪਵਿੱਤਰੰ, ਜੇ ਉਹਦੇ ਸੁੰਦਰ ਸਰੂਪ ਨੂੰ, ਦਬਦਬੇ ਨੂੰ ਜ਼ੁਬਾਨ ਨਾਲ ਬਿਆਨ ਕਰਨਾ ਚਾਹੋ ਤੇ ਕਹਿੰਦੇ ਪਰੇਅੰ, ਪਰੇ ਹੈ, ਤੁਹਾਡੇ ਕੋਲ ਅਲਫਾਜ਼ ਹੀ ਹੈ ਨਹੀਂ ਉਹਦਾ ਅੰਤ ਪਾ ਸਕੋ। ਇੰਨਾ ਕੁ ਪਵਿੱਤਰ ਹੈ ਉਹ, ਪਾਕ ਹੈ ਉਹ, ਉਹਦੀ ਅਜ਼ਮਤ ਤਾਕਤ ਇੰਨੀ ਹੈ, ਜ਼ੁਬਾਨ ਬਿਆਨ ਨਹੀਂ ਕਰ ਸਕਦੀ। ਮਨ ਬੁੱਧ ਤੋਂ ਪਰੇ ਹੈ ਉਹ। ਭੁਜੰਗ ਪਰਿਆਤ ਛੰਦ, ਭੁਜੰਗ ਸੱਪ ਨੂੰ ਕਹਿੰਦੇ ਨੇ, ਵਲ ਖਾ ਕੇ ਚੱਲਣ ਵਾਲਾ ਛੰਦ ਹੈ। ਸਿਰੰਗ ਸੇਤ ਛਤਰੰ ਸੋ ਸੁਭ੍ਰੰ ਬਿਰਾਜੰ। ਹੁਣ ਮਹਾਰਾਜ ਪਾਤਸ਼ਾਹ ਕਹਿੰਦੇ ਨੇ
ਅਕਾਲ ਪੁਰਖ ਦੇ ਸੀਸ ਉੱਤੇ ਸਫੈਦ ਉੱਜਲ ਛਤਰ ਝੂਲਦਾ ਹੈ। ਛਤਰ ਤੋਂ ਭਾਵ ਹੈ ਵਡਿਆਈ, ਉਹਦੀ ਵਡਿਆਈ ਬੜੀ ਉੱਜਲ ਹੈ, ਉਹਦਾ ਜਸ ਬੜਾ ਉੱਜਲ ਹੈ, ਜਿਹਦੇ ਤੇ ਕੋਈ ਦਾਗ ਨਹੀਂ ਹੈ। ਸੋ ਸੁਭਰੰ ਬਿਰਾਜੰ, ਔਰ ਉਸ ਛਤਰ ਦੇ ਥੱਲੇ ਸੋ ਤੋਂ ਭਾਵ ਉਹ ਪਰਮਾਤਮਾ ਜਿਹੜਾ ਹੈ, ਸੁਭਰੰ ਉਹ ਸ਼ੋਭਦਾ ਹੈ, ਉਹ ਬੈਠਾ ਹੋਇਆ ਸ਼ੋਭਾ ਪਾ ਰਿਹਾ ਹੈ। ਲਖੈ ਸ਼ੈਲ ਛਾਇਆ ਕਰੇ ਤੇਜ ਲਾਜੰ, ਜਿਹੜੇ ਸੁੰਦਰ ਤੋਂ ਸੁੰਦਰ ਸਰੂਪ ਸ਼ੈਲ ਛਬੀਲੇ ਨੌਜਵਾਨ ਗੱਭਰੂ ਨੇ ਨਾ, ਉਹਦੇ ਤੇਜ ਨੂੰ, ਉਹਦੇ ਪ੍ਰਕਾਸ਼ ਨੂੰ ਵੇਖ ਲੈਣ ਤੇ ਸ਼ਰਮਿੰਦੇ ਹੋ ਜਾਣ ਵੀ ਏਡਾ ਸੁੰਦਰ ਸਰੂਪ ਹੈ। ਵੇਖੋ ਹਰ ਇੱਕ ਦੀਆਂ ਅੱਖਾਂ ਦਾ ਵਿਸ਼ਾ ਨਹੀਂ ਹੈ, ਪਰ ਭਗਤ ਨਾਮਦੇਵ ਕਹਿੰਦੇ ਮੈਂ ਵੇਖਿਆ ਜੇ ਨਾਮੇ ਦੇਖ ਨਾਰਾਇਣ ਹਸੇ, ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ। ਮਹਾਰਾਜ ਕਹਿੰਦੇ ਉਹਦੀ ਜਿਹੜੀ ਛਾਇਆ ਹੈ ਨਾ, ਜਿਹੜੀ ਉਹਦੀ ਕਾਇਆ ਹੈ, ਲਖੈ, ਜਦੋਂ ਉਹਦੇ ਵੱਲ ਤੁਸੀਂ ਵੇਖ ਲੈਂਦੇ ਹੋ, ਸ਼ੈਲ ਦੂਸਰਾ ਅਰਥ ਕਰ ਲਵੋ, ਉਹ ਏਡਾ ਜਵਾਨ ਸੁੰਦਰ ਹੈ। ਕਰੇ ਤੇਜ ਲਾਜੰਗ, ਤੇਜ ਕਹਿੰਦੇ ਨੇ ਚਮਕ ਨੂੰ, ਰੌਸ਼ਨੀ ਨੂੰ, ਇੱਥੋਂ ਤੱਕ ਰੌਸ਼ਨੀ ਵੀ ਸ਼ਰਮਿੰਦਾ ਹੋ ਜਾਵੇ, ਏਡਾ ਸੁੰਦਰ ਸਰੂਪ ਹੈ ਪਰਮਾਤਮਾ। ਇਹ ਅਖੀਰ ਹੈ ਵਡਿਆਈ ਦੀ, ਇਹਦੇ ਤੋਂ ਵੱਧ ਕੇ ਆਪਣੇ ਨਿਰਗੁਣ ਦੀ, ਅਕਾਲ ਪੁਰਖ ਦੀ ਵਡਿਆਈ ਕੋਈ ਮਹਾਂਪੁਰਸ਼ ਰਹਿਬਰ ਨਹੀਂ ਕਰ ਸਕਿਆ। ਮਹਾਰਾਜ ਕਹਿੰਦੇ ਉਹ ਬੜਾ ਸੁੰਦਰ ਸਰੂਪ ਹੈ। ਅੱਗੇ ਆਖਣ ਲੱਗੇ ਵਿਸ਼ਾਲ ਲਾਲ ਨੈਨੰ ਮਹਾਰਾਜ ਸੋਹੰ, ਉਹਦੇ ਸੁੰਦਰ ਨੈਣ ਨੇ, ਵੱਡੇ ਨੇਤਰ ਨੇ, ਉਹਦੇ ਲਾਲ ਸੁੰਦਰ ਨੇਤਰ ਨੇ, ਉਹਦੇ ਨੇਤਰਾਂ ਵਿੱਚ ਲਾਲੀ ਬੜੀ ਹੈ। ਵਿਸ਼ਾਲ ਦਾ ਮਤਲਬ ਹੈ ਫੈਲੇ ਹੋਏ। ਮਹਾਰਾਜ ਸੋਹੰ, ਰਾਜਿਆਂ ਦਾ ਮਹਾਰਾਜਾ ਹੈ। ਰਾਜਿਆਂ ਦਾ ਰਾਜ ਕੁਝ ਸਮੇਂ ਲਈ ਹੁੰਦਾ ਹੈ, ਉਹਦਾ ਰਾਜ ਸਦੀਵੀ ਹੈ। ਸੋਹੰ ਉਹ ਸ਼ੋਭਾ ਪਾ ਰਿਹਾ ਹੈ। ਤੇ ਗੰਗ ਅੰਸ਼ ਮਾਲੰ ਹੰਸੰ ਕੋਟ ਕ੍ਰੋਹੰ, ਕਹਿੰਦੇ ਉਹਦੇ ਚਿਹਰੇ ਦਾ ਪ੍ਰਕਾਸ਼ ਇਉਂ ਹੈ ਜਿਵੇਂ ਮਹਾਰਾਜ ਅੰਸ਼ ਮਾਲੰਗ ਧਾਰਦੇ ਨੇ। ਅੰਸ਼ ਕਹਿੰਦੇ ਨੇ ਸੂਰਜ ਨੂੰ, ਰੌਸ਼ਨੀ ਨੂੰ, ਚਮਕ ਨੂੰ, ਜਿਵੇਂ ਸੂਰਜ ਦੀਆਂ ਕਿਰਨਾਂ ਰੂਪੀ ਮਾਲਾ ਉਹਨਾਂ ਨੇ ਧਾਰੀ ਹੋਵੇ। ਹੰਸੰ ਕੋਟ ਕ੍ਰੋਹੰ, ਇੱਕ ਤੇ ਹੰਸ ਲਫ਼ਜ਼ ਹੰਸਾ ਅਵਤਾਰ ਲਈ ਆਉਂਦਾ ਹੈ, ਜਿਹਦਾ ਬਾਣੀ ਵਿੱਚ ਵੀ ਜ਼ਿਕਰ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜ਼ਿਕਰ ਹੈ। ਅੰਸਾ ਅਵਤਾਰ ਉਪਾਇਨ, ਅੰਸਾ ਅਵਤਾਰ ਉਪਾਇਨ ਭਾਉ ਦੂਜਾ ਕੀਆ। ਕਹਿੰਦੇ ਚਾਹੇ ਉਹ ਅੰਸਾ ਅਵਤਾਰ ਹੈ ਤੇ ਚਾਹੇ ਸੂਰਜ ਹੈ, ਉਹਨਾਂ ਨਾਲੋਂ ਵੱਧ ਕੇ ਕਰੋੜਾਂ ਗੁਣਾ ਤੇਜ ਪ੍ਰਤਾਪ ਪਰਮਾਤਮਾ ਦਾ ਹੈ। ਹੰਸੰ ਕੋਟ ਕਰੋਹੰ, ਕੋਟ ਕਰੋੜਾਂ, ਕੋਹੰ ਕੋ ਤੋਂ ਭਾਵ ਹੈ ਦੂਰੀ, ਜਾਂ ਕਰੋਹੰ ਤੋਂ ਭਾਵ ਹੈ ਕ੍ਰੋਧ, ਗੁੱਸਾ, ਉਹਦਾ ਤੇਜ ਪ੍ਰਤਾਪ, ਉਹਦੀ ਬਰਕਤ। ਕਰੋੜਾਂ ਗੁਣਾ ਵੱਧ ਕੇ ਤੇਜ ਪ੍ਰਤਾਪ ਹੈ ਸੂਰਜ ਨਾਲੋਂ ਤੇ ਅੰਸਾ ਅਵਤਾਰ ਵਰਗੇ ਮਹਾਂਪੁਰਸ਼ਾਂ ਨਾਲੋਂ ਉਸਦਾ। ਕਹੂੰ ਰੂਪ ਧਾਰੇ ਮਹਾਰਾਜ ਸੋਹੰ, ਕਹਿੰਦੇ ਦੇਖੋ ਕਈ ਪ੍ਰਕਾਰ ਦੇ ਉਸਨੇ ਰੂਪ ਧਾਰੇ ਨੇ, ਦੁਨੀਆ ਦੇ ਵਿੱਚ ਜ਼ਰੇ ਜ਼ਰੇ ਵਿੱਚ ਉਹ ਸਮਾਇਆ ਹੋਇਆ ਹੈ। ਤੇ ਕਈ ਜਗ੍ਹਾ ਕਹਿੰਦੇ ਕਹੂੰ ਦੇਵ ਕੰਨਿਆਨ ਕੇ ਮਾਨ ਮੋਹੰ, ਦੇਵਤਿਆਂ ਦੀਆਂ ਲੜਕੀਆਂ ਅਪਸਰਵਾਂ, ਕਹਿੰਦੇ ਉਹ ਏਡਾ ਸੁੰਦਰ ਹੈ ਜੋ ਅਪਸਰਾ ਨੇ, ਉਹਨਾਂ ਦੇ ਵੀ ਮਨ ਨੂੰ ਮੋਹ ਲੈਣ ਵਾਲੀ ਉਹਦੀ ਮੂਰਤ ਹੈ। ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ, ਕਿਉਂਕਿ ਦਸਮ ਬਾਣੀ ਗੁਰੂ ਗ੍ਰੰਥ ਸਾਹਿਬ ਦੀ ਵਿਆਖਿਆ ਕਰ ਰਹੀ ਹੈ ਛਤਰ ਛਾਇਆ ਹੇਠ। ਪ੍ਰਿਆ ਕੀ ਸੋਭ ਸੁਹਾਵਨੀ ਨੀਕੀ, ਪ੍ਰਿਆ ਖਸਮ ਏਡਾ ਸੋਹਣਾ ਹੈ ਨਾ, ਗੁਰੂ ਅਰਜਨ ਸਾਹਿਬ ਕਹਿੰਦੇ ਹਾ ਹਾ ਹੂ ਹੂ ਗੰਧਰਵ ਅਪਸਰਾ, ਹਾ ਹਾ ਹੂ ਹੂ ਗੰਧਰਵ ਅਪਸਰਾ ਆਨੰਦ ਮੰਗਲ ਰਸ ਗਾਵਨ ਨੀਕੀ, ਉਹ ਵੀ ਉਹਦੇ ਦਰ ਤੇ ਗਾਉਂਦੀਆਂ ਨੇ ਅਪਸਰਾ, ਏਡਾ ਉਹ ਸੁੰਦਰ ਸਰੂਪ ਹੈ। ਸੋ ਮਹਾਰਾਜ ਕਹਿੰਦੇ ਉਹ ਮਨਾਂ ਨੂੰ ਮੋਹਣ ਵਾਲਾ ਹੈ। ਜਾਂ ਮਾਨ ਮੋਹੰ, ਮਾਨ ਨੂੰ ਤੋੜ ਕੇ, ਅਹੰਕਾਰ ਨੂੰ ਚੂਰ ਕਰਕੇ ਉਹ ਮੋਹ ਲੈਂਦਾ ਹੈ।
कहूँ ਵੀਰ ਹੋਇ ਕੈ ਧਰੇ ਬਾਨ ਪਾਨੰ। ਕਿਤੇ ਯੋਧਿਆਂ ਵਿੱਚ ਆਪਣੀ ਬਖਸ਼ਿਸ਼ ਬਰਕਤ ਵਰਸ਼ਾ ਕਰਕੇ ਕਿਤੇ ਯੋਧਿਆਂ ਦਾ ਸਰੂਪ ਹੋਇਆ ਬੈਠਾ ਹੈ। ਬਾਨ ਪਾਨੰ, ਪਾਨ ਤੋਂ ਭਾਵ ਹੈ ਪਾ ਲੈਣਾ, ਧਾਰ ਲੈਣਾ ਹਸਤ ਵਿੱਚ, ਤੇ ਬਾਨ ਤੋਂ ਭਾਵ ਤੁਸੀਂ ਸਮਝਦੇ ਹੀ ਹੋ ਤੀਰ ਕਮਾਨ। ਤੀਰ ਕਮਾਨ ਧਾਰ ਕੇ ਬੈਠਾ ਹੈ। ਜੇ ਉਹਦੇ ਸਰਗੁਣ ਸਰੂਪ ਕਲਗੀਧਰ ਵੱਲ ਵੇਖੋ ਤੇ ਤੀਰ ਕਮਾਨ ਧਾਰ ਕੇ ਮੈਦਾਨੇ ਜੰਗ ਵਿੱਚ ਨਿੱਤਰਦੇ ਨੇ। ਭਲਾ ਚਾਰਗੀ ਦਰਮਿਆਂ ਆਮਦਮ, ਬਾ ਤਦਬੀਰ ਤੀਰੋ ਤੁਫੰਗ ਆਮਦਮ। ਫਾਰਸੀ ਦੇ ਪਰਸ਼ੀਅਨ ਦੇ ਬੋਲ ਨੇ ਕਲਗੀਧਰ ਦੇ। ਕਹਿੰਦੇ ਮੈਂ ਤੁਫੰਗ ਰਫਲ ਲੈ ਕੇ, ਤਲਵਾਰ ਲੈ ਕੇ, ਮੈਂ ਤੀਰ ਕਮਾਨ ਲੈ ਕੇ ਮੈਦਾਨੇ ਜੰਗ ਵਿੱਚ ਉਤਰਦਾ ਹਾਂ। ਸੋ ਅੱਗੇ ਕਹਿੰਦੇ ਕਹੂੰ ਭੂਪ ਹੋਇ ਕੈ ਬਜਾਏ ਨਿਸ਼ਾਨੰ। ਭੂ ਪਤ, ਭੂਪ ਦਾ ਮਤਲਬ ਹੈ ਭੂ ਦਾ, ਧਰਤੀ ਦਾ, ਪਤ ਪਤੀ ਮਾਲਕ। ਕਹਿੰਦੇ ਕਿਧਰੇ ਤੂੰ ਰਾਜਾ ਬਣਿਆ ਹੈ। ਬਜਾਏ ਨਿਸ਼ਾਨੰ, ਤੇਰੇ ਦਰ ਤੇ ਨਗਾਰੇ ਵੱਜਦੇ ਨੇ, ਢੋਲ ਵੱਜਦੇ ਨੇ, ਤੇਰੀ ਜੈ ਜੈਕਾਰ ਹੁੰਦੀ ਹੈ। ਅੱਗੇ ਕਹਿੰਦੇ ਰਸਾਵਲ ਛੰਦ ਧਨੁਰ ਬਾਨ ਧਾਰੇ ਛਕੇ ਸ਼ੈਲ ਭਾਰੇ। ਰਸਾਵਲ ਅਰਧ ਭੁਜੰਗ ਨੂੰ ਹੀ ਰਸਾਵਲ ਛੰਦ ਕਹਿ ਦਿੱਤਾ ਜਾਂਦਾ ਹੈ, ਜਿਹੜਾ ਥੋੜਾ ਘੱਟ ਵੱਲ ਖਾਵੇ। ਦੀਨ ਦੁਨੀਆ ਦੇ ਮਾਲਕ ਕਹਿੰਦੇ ਧਨੁਰ ਬਾਨ ਧਾਰੇ। ਹੁਣ ਸਾਰਾ ਵੀਰ ਅਸੀਂ ਕਥਨ ਕਰਦੇ ਨੇ, ਕਹਿੰਦੇ ਐ ਪਰਮਾਤਮਾ ਤੂੰ ਵੀਰ ਰਸੀ ਸਰੂਪ ਦੇ ਵਿੱਚ ਧਨੁੱਖ ਧਾਰਿਆ ਹੈ। ਛਕੇ ਸ਼ੈਲ ਭਾਰੇ, ਛਕੇ ਤੋਂ ਭਾਵ ਹੈ ਮਸਤ ਟਹਿਲਦਾ ਹੈ, ਜਿਵੇਂ ਸੂਰਬੀਰ ਮੈਦਾਨੇ ਜੰਗ ਵਿੱਚ ਟਹਿਲਦੇ ਨੇ। ਸ਼ੈਲ ਦਾ ਮਤਲਬ ਜਿਹੜਾ ਬੜਾ ਜਵਾਨ ਹੋਵੇ, ਬੜਾ ਜਵਾਨ ਹੈ ਤੂੰ, ਸੁੰਦਰ ਸਰੂਪ ਹੈ ਤੂੰ। ਲਏ ਖੱਗ ਐਸੇ ਮਹਾਂਵੀਰ ਜੈਸੇ। ਖੱਗ ਕਹਿੰਦੇ ਨੇ ਦੋ ਧਾਰੇ ਖੰਡੇ ਨੂੰ, ਕਿਰਪਾਨ ਨੂੰ। ਤੇਰੇ ਕੋਲ ਦੋ ਧਾਰਾ ਖੰਡਾ ਵੀ ਹੈ, ਜਿਵੇਂ ਮਹਾਂਵੀਰਾਂ ਦੇ ਕੋਲ ਹੁੰਦਾ। ਜਾਂ ਇਉਂ ਸਮਝ ਲਓ ਦੋ ਧਾਰਾ ਹੁਕਮ, ਜਿਹਦੇ ਹੁਕਮ ਵਿੱਚ ਪੈਦਾ ਹੁੰਦੇ ਆ ਤੇ ਸਾਡੀ ਲੈਤਾ ਹੁੰਦੀ ਹੈ, ਖਾਤਮਾ ਹੁੰਦਾ ਹੈ, ਤੇ ਪਰਮਾਤਮਾ ਆਪਣੀ ਮਸਤੀ ਵਿੱਚ ਰਹਿੰਦਾ ਹੈ। ਅੱਗੇ ਮਹਾਰਾਜ ਕਹਿੰਦੇ ਨੇ ਜੋਰੇ ਜੰਗ ਜੋਰੰ ਕਰੇ ਜੁੱਧ ਘੋਰੰ। ਜੋਰੇ ਤੋਂ ਮਤਲਬ ਹੈ ਭਿੜ ਜਾਣਾ। ਤੂੰ ਵਿਕਾਰਾਂ ਨਾਲ ਗਿਆਨ ਦਾ ਖੰਡਾ ਲੈ ਕੇ ਭਿੜ ਜਾਣਾ, ਕਾਮ ਕ੍ਰੋਧ ਲੋਭ ਦੇ ਨਾਲ। ਜਾਂ ਜਿਨ੍ਹਾਂ ਨੂੰ ਬਰਕਤ ਦੇਵੇਂ ਉਹ ਮੈਦਾਨੇ ਜੰਗ ਵਿੱਚ ਭਿੜ ਜਾਂਦੇ ਨੇ। ਕਰੈ ਯੁੱਧ ਘੋਰੰ ਭਿਅੰਕਰ, ਸੰਘਣਾ ਯੁੱਧ ਫਿਰ ਸੂਰਬੀਰ ਮਚਾਉਂਦੇ ਨੇ ਤੇਰੀ ਕਿਰਪਾ ਨਾਲ, ਤੇ ਤੂੰ ਵੀ ਵਿਕਾਰਾਂ ਦੇ ਨਾਲ ਯੁੱਧ ਕਰਦਾ ਹੈ, ਸੰਘਣਾ ਯੁੱਧ ਕਰਦਾ ਹੈ। ਕਿਰਪਾ ਨਿਧ ਦਇਆਲੰ ਸਦਾਇੰ ਕਿਰਪਾਲੰ। ਜਿਹੜਾ ਝੁਕ ਜਾਂਦਾ ਹੈ ਉਹਦੇ ਅੱਗੇ, ਕਹਿੰਦੇ ਉਹਦੇ ਲਈ ਕਿਰਪਾ ਦਇਆਲੂ, ਕਿਰਪਾਵਾਨ ਹੁੰਦਾ ਹੈ। ਕਿੱਡਾ ਕੁ ਕਿਰਪਾਲੂ ਹੈ, ਨਿਧ ਸਮੁੰਦਰ ਹੈ ਕਿਰਪਾ ਦਾ। ਜਿਹੜਾ ਝੁਕ ਜਾਵੇ ਦਇਆਲੰ, ਉਹਦੇ ਤੇ ਦਇਆ ਕਰਦਾ ਹੈ। ਸਦਾਇੰ ਕਿਰਪਾਲੰ, ਸਦੀਵ ਕਾਲ ਤੋਂ, ਹਮੇਸ਼ਾ ਤੋਂ ਕਿਰਪਾਲੂ ਅਖਵਾਉਂਦਾ ਹੈ, ਝੁਕਣ ਵਾਲਿਆਂ ਤੇ ਕਿਰਪਾ ਕਰਨ ਵਾਲਾ। ਬਾਣੀ ਵੀ ਕਹਿੰਦੀ ਹੈ ਨਾ, ਕਿਰਪਾ ਨਿਧ ਪ੍ਰਭ ਦੀਨ ਦਇਆਲਾ। ਗੁਰੂ ਗ੍ਰੰਥ ਸਾਹਿਬ ਦੇ ਵੀ ਬੋਲ ਨੇ, ਜੀ ਜੰਤ ਕੀ ਕਰਹੁ ਪ੍ਰਿਤਪਾਲਾ। ਅੱਗੇ ਮਹਾਰਾਜ ਫੁਰਮਾਨ ਕਰਦੇ ਨੇ ਸਦਾ ਏਕ ਰੂਪੰ ਸਭੈ ਲੋਕ ਭੂਪੰ। ਰਾਜੇ ਦੀ ਜਿਹੜੀ ਹਸਤੀ ਹੈ ਨਾ, ਇੱਕ ਰਾਜ ਤੱਕ ਹੈ, ਹੱਦਬੰਦੀ ਹੈ ਉਹਦੀ ਕੋਈ, ਔਰ ਇੱਕ ਉਮਰ ਵੀ ਹੈ। ਜਨਮ ਹੈ, ਬਚਪਨਾ ਹੈ, ਜਵਾਨੀ ਹੈ, ਬੁਢੇਪਾ ਹੈ, ਮੌਤ ਹੈ। ਕਹਿੰਦੇ ਤੂੰ ਐਸਾ ਰਾਜਾ ਹੈ ਸਦਾ ਏਕ ਰੂਪੰ, ਤੇਰਾ ਇੱਕੋ ਹੀ ਰੂਪ ਹੈ, ਸਦੀਵੀ ਰਹਿਣ ਵਾਲਾ, ਤੇ ਤੇਰੀ ਹੱਦਬੰਦੀ ਵੀ ਕੋਈ ਤੈਅ ਨਹੀਂ ਕਰ ਸਕਦਾ। ਸਭੈ ਲੋਕ ਭੂਪੰ, ਤਿੰਨਾਂ ਲੋਕਾਂ ਦਾ ਤੂੰ ਭੂਪ ਹੈ, ਪਤ ਹੈ, ਤੂੰ ਮਾਲਕ ਹੈ। ਅਜੇਯੰ ਅਜਾਯੰ ਸਰਨਯੰ ਸਹਾਯੰ। ਤੈਨੂੰ ਕੋਈ ਭੂਪ ਨਹੀਂ ਜਿੱਤ ਸਕਦਾ। ਬੜੇ ਰਾਜੇ ਨੇ ਉਹ ਹਰਦੇ ਨੇ, ਜਿੱਤਦੇ ਨੇ, ਤੈਨੂੰ ਕੋਈ ਜਿੱਤਣ ਵਾਲਾ ਹੈ ਨਹੀਂ ਹੈ। ਅਜਾਯੰ, ਔਰ ਰਾਜਾ ਕੈਸਾ, ਨਿਰਗੁਣ ਸਰੂਪ ਵਿੱਚ ਅਜਾਏ। ਜਾਏ ਤੋਂ ਭਾਵ ਹੈ ਜਗ੍ਹਾ, ਜਿਹਦਾ ਕਿਸੇ ਜਗ੍ਹਾ ਤੇ ਜਨਮ ਹੀ ਨਹੀਂ ਹੋਇਆ।
ਅਜੇਯੰ ਅਜਾਯੰ ਸਰਨਯੰ ਸਹਾਯੰ। ਉਹ ਤੋਂ ਜਿੱਤਿਆ ਤੇ ਨਹੀਂ ਜੇ ਜਾਂਦਾ, ਹਾਂ ਕਹਿੰਦੇ ਉਹਦੀ ਸ਼ਰਨ ਆ ਜਾਓ, ਸਹਾਇਤਾ ਕਰਦਾ ਹੈ ਤੇ ਤੁਹਾਨੂੰ ਜ਼ਰੂਰ ਜਿਤਾ ਦੇਵੇਗਾ। ਉਹ ਐਸੀ ਕਿਰਪਾ ਕਰ ਦੇਵੇਗਾ, ਵਿਕਾਰਾਂ ਤੇ ਦੁਸ਼ਮਣਾਂ ਤੇ ਜਿੱਤ ਪ੍ਰਾਪਤ ਕਰਵਾ ਦੇਵੇਗਾ। ਤਪੈ ਖਗ ਪਾਨੰ ਮਹਾਲੋਕ ਦਾਨੰ। ਹੁਣ ਤਪੈ ਦਾ ਮਤਲਬ ਹੈ ਤਪ, ਚਮਕ। ਆਪਾਂ ਕਹਿੰਦੇ ਨਾ ਇਹ ਲੋਹਾ ਬੜਾ ਤਪਿਆ ਪਿਆ ਹੈ, ਬੜਾ ਤੱਤਾ, ਬੜਾ ਤਪਿਆ ਤਪਸ਼ ਵਿੱਚ। ਕਹਿੰਦੇ ਜਿਹੜੀ ਉਹਦੇ ਹੱਥ ਵਿੱਚ ਹੁਕਮ ਰੂਪੀ ਖੜਗ ਹੈ ਨਾ, ਉਹ ਬੜੀ ਤਪੀ ਹੋਈ ਹੈ, ਉਹ ਚੱਲਦੀ ਰਹਿੰਦੀ ਹੈ ਤਤੀ ਤਤੀ। ਉਹਦੇ ਹੁਕਮ ਵਿੱਚ ਜੰਮਣਾ ਮਰਨਾ ਚੱਲਦਾ ਰਹਿੰਦਾ ਹੈ। ਉਹਨੇ ਪਾਨ ਕੀਤਾ ਹੋਇਆ ਹੈ, ਤਲਵਾਰ ਨੂੰ ਪਕੜਿਆ ਹੋਇਆ ਹੈ। ਮਹਾਲੋਕ ਦਾਨੰ, ਔਰ ਲੋਕਾਂ ਨੂੰ ਮਹਾਨ ਦਾਨ ਖੈਰਾਤ ਝੋਲੀ ਪਾਉਣ ਵਾਲਾ ਹੈ, ਦੇਣ ਵਾਲਾ ਹੈ। ਜੇ ਫਾਰਸੀ ਵਿੱਚ ਪਰਸ਼ੀਅਨ ਵਿੱਚ ਆਓ ਤੇ ਦਾਨ ਦਾ ਮਤਲਬ ਹੈ ਅੰਨ, ਅੰਨ ਪਾਣੀ, ਭੋਜਨ ਦੇਣ ਵਾਲਾ ਹੈ। ਰੋਜ਼ੀ ਦੇਹੰਦ ਹੈ, ਰੋਜ਼ੀ ਦੇਣ ਵਾਲਾ ਹੈ ਉਹ। ਮਹਾਰਾਜ ਪਾਤਸ਼ਾਹ ਅੱਗੇ ਕਹਿੰਦੇ ਨੇ, ਦੀਨ ਦੁਨੀਆ ਦੇ ਮਾਲਕ ਕਹਿੰਦੇ, ਭਵਿਖਯੰ ਭਵੇਯੰ ਨਮੋ ਨਿਰਜੂਰੇਯੰ। ਇਸ ਗੱਲ ਦਾ ਖਿਆਲ ਰੱਖਿਓ, ਬੀਤ ਚੁੱਕੇ ਸਮੇਂ ਵਿੱਚ, ਅੱਜ ਤੇ ਪਿੱਛੇ, ਨਮੋ ਨਿਰਜੂਰੇਯੰ, ਤੂੰ ਨਿਰਜੁਰ ਹੈ। ਇੱਥੇ ਜਿਹੜਾ ਲਫ਼ਜ਼ ਹੈ ਨਾ ਨਿਰਜੁਰੰ, ਭਾਵ ਜਿਹੜਾ ਜਰੇ ਤੋਂ, ਬੁਢਾਪੇ ਤੋਂ, ਤਾਪ ਤੋਂ, ਰੋਗਾਂ ਤੋਂ ਰਹਿਤ ਹੈ। ਤੇ ਜਿਹਨੂੰ ਰੋਗ ਸੋਗ ਹੀ ਕੋਈ ਨਹੀਂ, ਉਹ ਸਦੀਵ ਕਾਲ ਰਹਿਣ ਵਾਲਾ ਹੈ, ਉਹ ਬਜ਼ੁਰਗ ਨਹੀਂ ਹੁੰਦਾ। ਮਦੋ ਮਾਨ ਮੁੰਡੰ ਸੁਭੰ ਰੁੰਡ ਝੁੰਡੰ। ਜਿੱਥੇ ਉਹ ਦਾਨੀ ਹੈ ਨਾ, ਦਾਨ ਦਾ ਤਾਰ ਅਪਰ ਅਪਾਰਾ, ਗੁਰੂ ਗ੍ਰੰਥ ਸਾਹਿਬ ਕਹਿੰਦੇ ਜਿੱਥੇ ਉਹ ਦਾਨੀ ਹੈ, ਘਟ ਘਟ ਅੰਤਰ ਸੋਹਣਿਆ, ਉਹ ਹਰ ਘਟ ਵਿੱਚ ਹੈ। ਉਹੀ ਦਸਮ ਬਾਣੀ ਕਹਿ ਰਹੀ ਹੈ, ਉਹ ਦਾਨੀ ਹੈ, ਹਰ ਘਟ ਵਿੱਚ ਹੈ, ਹਰ ਸਮੇਂ ਦੇ ਵਿੱਚ ਉਹ ਮੌਜੂਦ ਹੈ। ਕਹਿੰਦੇ ਮਧੋ ਮਾਨ ਮੁੰਡੰ, ਉਹ ਮਧੂ ਕੈਟਬਦੈਤ ਹੋਇਆ ਨਾ, ਜਿਹਦਾ ਗੁਰੂ ਗ੍ਰੰਥ ਸਾਹਿਬ ਵਿੱਚ ਜ਼ਿਕਰ ਆਉਂਦਾ ਹੈ। ਗੌੜੀ ਮਹੱਲਾ ਪਹਿਲਾ, ਸਹਸ ਬਾਹੂ ਮਦ ਕੀਟ ਮਹਿ ਖਾਸਾ, ਗੁਰੂ ਨਾਨਕ ਸਾਹਿਬ ਜ਼ਿਕਰ ਕਰਦੇ ਨੇ ਉਹਦਾ। ਕਹਿੰਦੇ ਜਿਹੜਾ ਮਧੂ ਕੀਟਬ ਦੈਂਤ ਹੈ, ਵਿਸ਼ਨੂੰ ਜੀ ਨੂੰ ਤਾਕਤ ਦੇ ਕੇ ਉਹਦਾ ਮਾਣ ਵੀ ਤੂੰ ਹੀ ਤੜਵਾਇਆ ਹੈ ਪਰਮਾਤਮਾ। ਮਾਨ ਗਰੂਰ ਚਕਨਾਚੂਰ ਕੀਤਾ, ਮੁੰਡੰਗ ਤੋਂ ਭਾਵ ਹੈ ਦੂਰ ਕੀਤਾ। ਸੁਭੰਗ ਰੁੰਡ ਝੁੰਡੰ, ਤੇਰੀ ਜਿਹੜੀ ਸ਼ੋਭਾ ਹੈ ਨਾ, ਰੁੰਡ ਝੁੰਡੰ, ਝੁੰਡ ਕਹਿੰਦੇ ਨੇ ਢੇਰ ਨੂੰ ਤੇ ਰੁੰਡ ਕਹਿੰਦੇ ਨੇ ਧੜ ਨੂੰ। ਤੂੰ ਵਿਕਾਰਾਂ ਦਾ ਖਾਤਮਾ ਕਰਕੇ ਉਹਦੇ ਢੇਰ ਤੇ ਬਿਰਾਜਤਾ ਹੈ। ਤੂੰ ਦੈਂਤਾਂ ਦਾ ਖਾਤਮਾ ਕਰਕੇ ਉਹਨਾਂ ਦੇ ਅਹੰਕਾਰ ਨੂੰ ਚੂਰ ਕਰਕੇ ਆਪਣੇ ਤਖਤ ਤੇ ਬਿਰਾਜਦਾ ਹੈ। ਸਿਰੰਗ ਸੇਤ ਸ਼ਤਰੰਗ ਲਸੰ ਹਾਥ ਅਤਰੰ, ਤੇਰੇ ਸਿਰ ਉੱਤੇ ਸੱਚਾਈ ਦਾ ਛਤਰ ਝੂਲ ਰਿਹਾ ਹੈ, ਜੋ ਬੜਾ ਸੁੱਚਾ ਹੈ, ਸੱਚਾ ਹੈ, ਸੁਫੇਦ ਹੈ। ਲਸੰ ਹਾਥ ਅਤਰੰਗ, ਲਸੰ ਕਹਿੰਦੇ ਨੇ ਚਮਕਦਾਰ ਨੂੰ, ਹਾਥ ਅਤਰੰਗ, ਤੇ ਜਦੋਂ ਤੂੰ ਸੂਰਬੀਰ ਬਣ ਕੇ ਮੈਦਾਨੇ ਜੰਗ ਵਿੱਚ ਉਤਰੇ, ਕਿਸੇ ਤੇ ਬਰਕਤਾਂ ਭਰਿਆ ਹੱਥ ਰੱਖ ਦਵੇਂ ਤੇ ਉਹਨਾਂ ਦੇ ਹੱਥ ਵਿੱਚ ਅਸਤਰ ਚਮਕਦੇ ਨੇ, ਸ਼ਸਤਰ ਚਮਕਦੇ ਨੇ। ਸੁਣੇ ਨਾਦ ਭਾਰੀ ਤਰਸੈ ਸ਼ਤਰਧਾਰੀ, ਤੇ ਮੈਦਾਨੇ ਜੰਗ ਵਿੱਚ ਫਿਰ ਜਦੋਂ ਵਾਜਿਆਂ ਨੂੰ, ਨਗਾਰਿਆਂ ਨੂੰ, ਗਰਜ ਨੂੰ ਕੋਈ ਸੁਣ ਲੈਂਦਾ ਹੈ ਨਾ, ਤਰਸੈ ਸ਼ਤਰਧਾਰੀ, ਵੱਡੇ ਵੱਡੇ ਸ਼ਤਰ ਧਾਰੀ ਵੀ ਤੇਰੀ ਤਾਕਤ ਅੱਗੇ ਕੰਬ ਉੱਠਦੇ ਨੇ, ਤਰਾਸਦੇ ਨੇ। ਕਾਲ ਦੀ, ਅਕਾਲ ਪੁਰਖ ਦੀ ਤਾਕਤ ਦੇ ਅੱਗੇ, ਸ਼ਬਦ ਦੇ ਅੱਗੇ ਸਭ ਵਿਅਰਥ ਹੈ, ਸਭ ਝੁਕ ਜਾਂਦੇ ਨੇ। ਦਿਸਾ ਬਸਤਰ ਰਾਜੰ ਸੋਹਣੇ ਦੋਖ ਭਾਜੰ। ਹੁਣ ਕੋਈ ਜੇ ਪੁੱਛੇ, ਇਹ ਤੇ ਕਾਇਆ ਦੀ ਗੱਲ ਹੋ ਰਹੀ ਹੈ। ਫਿਰ ਨਿਰਗੁਣ ਤੇ ਆ ਗਏ ਪਾਤਸ਼ਾਹ। ਜੇ ਕੋਈ ਪੁੱਛੇ ਵੀ ਉਹਦੇ ਕੱਪੜੇ ਕਿੱਦਾਂ ਦੇ ਨੇ, ਮਹਾਰਾਜ ਕਹਿੰਦੇ ਦਿਸਾ ਬਸਤਰ ਰਾਜੰ, ਉਸ ਅਕਾਲ ਪੁਰਖ ਦੇ ਕੱਪੜੇ ਚਾਰੋਂ ਹੀ ਦਿਸ਼ਾਵਾਂ ਨੇ। ਭਾਵ ਜਿਵੇਂ ਘੇਰਾ ਹੁੰਦਾ ਹੈ ਨਾ ਚੋਲੇ ਦਾ, ਬਾਣੇ ਦਾ,
ਇਸੇ ਤਰ੍ਹਾਂ ਹੀ ਉਹਦਾ ਘੇਰਾ, ਉਹਦੀ ਕਾਇਆ, ਉਹਦੀ ਗਤ ਬੜੀ ਮਹਾਨ ਹੈ। ਤੇ ਘੇਰੇ ਘੇਰੇ ਦੀਨ ਦੁਨੀਆ ਦੇ ਮਾਲਕ ਕਹਿੰਦੇ ਜਿਹੜਾ ਅਕਾਲ ਪੁਰਖ ਹੈ ਉਹਦੀ ਅਜ਼ਮਤ ਫੈਲੀ ਹੋਈ ਹੈ। ਅੱਗੇ ਦੀਨ ਦੁਨੀਆ ਦੇ ਮਾਲਕ ਕਹਿੰਦੇ ਸੁਣੇ ਦੋਖ ਭਾਜੰ, ਉਸ ਅਕਾਲ ਪੁਰਖ ਦੇ ਨਾਮ ਵਿੱਚ ਇੰਨੀ ਤਾਕਤ ਹੈ ਸਿੱਖਾ, ਉਹਦਾ ਨਾਮ ਸੁਣਦਿਆਂ ਹੀ ਨਾਨਕ ਸਗਲੇ ਦੋਖ ਉਤਾਰਿਅਨ ਪ੍ਰਭ ਪਾਰ ਬ੍ਰਹਮ ਬਖਸ਼ਿੰਦ। ਉਹਦਾ ਨਾਮ ਸੁਣ ਲਵੋ ਤੇ ਤੁਹਾਡੇ ਸਾਰੇ ਰੋਗ ਮਿਟ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਇਹੀ ਕਹਿੰਦੇ ਨੇ, ਆਲ ਦਾ ਪੇਨਸ ਵਿਲ ਬੀ ਵਾਸ਼ਡ ਅਵੇ, ਸਭ ਪਾਪ ਰੁੜ ਜਾਣਗੇ ਤੁਹਾਡੇ। ਉਸ ਅਕਾਲ ਪੁਰਖ ਦੀ ਬਰਕਤ ਐਸੀ ਹੈ। ਹੁਣ ਇੱਥੇ ਸਾਫ਼ ਹੈ, ਮਹਾਰਾਜ ਕਹਿੰਦੇ ਚਾਰੋਂ ਦਿਸ਼ਾ ਉਹਦੇ ਕੱਪੜੇ ਨੇ। ਇੱਥੇ ਕਿਸੇ ਕਾਇਆਕਾਰੀ ਰਾਖਸ਼ ਦੀ ਗੱਲ ਜਾਂ ਕਿਸੇ ਦੇਵਤੇ ਦੈਨ ਦੀ ਗੱਲ ਨਹੀਂ ਹੈ, ਅਕਾਲ ਪੁਰਖ ਦੀ ਮਹਾਰਾਜ ਗੱਲ ਕਰਦੇ ਨੇ। ਸੋ ਅੱਗੇ ਕਹਿੰਦੇ ਸੁਣੇ ਗਦ ਸੱਦੰ ਅਨੰਤੰ ਬੇਹੱਦੰ। ਗਦ ਤੋਂ ਭਾਵ ਹੈ ਗਦਾ ਕਹਿ ਲਓ, ਸ਼ਸਤਰ ਕਹਿ ਲਓ, ਜਾਂ ਜਿਹੜਾ ਗਦ ਦਾ ਮਤਲਬ ਹੈ ਕਿਸੇ ਚੀਜ਼ ਦੇ ਡਿੱਗਣ ਤੇ ਨਾ ਬੜੀ ਆਵਾਜ਼ ਪ੍ਰਗਟ ਹੋਣੀ, ਉਹਨੂੰ ਵੀ ਗਦ ਕਿਹਾ ਜਾਂਦਾ ਹੈ। ਕਹਿੰਦੇ ਇਹ ਅਕਾਲ ਪੁਰਖ ਜਦੋਂ ਸੱਦ ਤੇਰਾ ਸ਼ਬਦ, ਤੇਰੇ ਬੋਲ ਗੂੰਜਦੇ ਨੇ ਨਾ, ਉਦੋਂ ਮਹਾਰਾਜ ਇਉਂ ਜਾਪਦਾ ਹੈ ਜਿਵੇਂ ਸ਼ਸਤਰਾਂ ਦੀ ਟੁਣਕਾਰ ਝੁਣਕਾਰ ਪੈਂਦੀ ਹੋਵੇ, ਵੀ ਤੇਰੇ ਵਾਜਦੇ ਵਾਜੇ ਬੜੇ ਦੂਰ ਤੱਕ ਵੱਜਦੇ ਨੇ, ਤੇਰਾ ਨਾਮ ਬੜਾ ਮਸ਼ਹੂਰ ਹੈ ਦੁਨੀਆ ਦੇ ਉੱਤੇ, ਤੇਰਾ ਜ਼ੋਰ ਚੱਲ ਰਿਹਾ ਹੈ। ਅਨੰਤੰ ਬੇਹੱਦੰ, ਉਹਦੇ ਸ਼ਬਦ ਦੀ ਪਹੁੰਚ ਕੀ ਹੈ? ਕਹਿੰਦੇ ਅਨੰਤ ਹੈ, ਹੱਦ ਕੋਈ ਨਹੀਂ ਹੈ। ਸਾਰੀ ਦੁਨੀਆ 'ਚ ਉਹਦਾ ਹੀ ਹੁਕਮ, ਉਹਦਾ ਹੀ ਸ਼ਬਦ, ਉਹਦੇ ਹੀ ਵਾਜੇ ਵੱਜ ਰਹੇ ਨੇ, ਕੋਈ ਉਹਦੇ ਹੁਕਮ ਤੋਂ ਬਾਹਰ ਨਹੀਂ ਹੈ। ਇੱਕ ਹੋਰ ਉਦਾਹਰਣ ਪਾਤਸ਼ਾਹ ਅੱਗੇ ਦਿੰਦੇ ਨੇ ਉਹਦੇ ਸ਼ਬਦ ਦੀ, ਉਹਦੀ ਤਾਕਤ ਦੀ। ਕਹਿੰਦੇ ਘਟਾ ਜਾਣ ਸਿਆਮੰ ਦੁਤੰ ਅਬਿਰਾਮੰ। ਵੇਖੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਬੜਾ ਪ੍ਰੇਮ ਰਸੀ ਰੂਪ ਚਿਤਰਿਆ ਅਕਾਲ ਪੁਰਖ ਦਾ, ਕਿਉਂਕਿ ਉਹ ਭਗਤੀ ਦਾ ਮਾਰਗ ਦਰਸਾਉਂਦੇ ਨੇ। ਦਸਮ ਬਾਣੀ ਦੇ ਅੰਦਰ ਇਹਦਾ ਚਿੱਤਰਣ ਵੀਰ ਰਸੀ ਹੈ, ਵੀ ਜਿੱਥੇ ਤੁਸੀਂ ਨਿਰਮਾਣਤਾ ਗਊ ਵਰਗੀ ਰੱਖਣੀ ਹੈ, ਕਿਸੇ ਨਾਲ ਧੱਕਾ ਨਹੀਂ ਕਰਨਾ। ਦਸਮ ਬਾਣੀ ਕਹਿੰਦੀ ਉੱਥੇ ਸ਼ੇਰ ਵੀ ਬਣਨਾ ਹੈ, ਕਿਤੇ ਗਲ ਵਿੱਚ ਗਊ ਵਾਂਗ ਕੋਈ ਸੰਗਲ ਨਾ ਪਾ ਦੇਵੇ। ਸੋ ਤਾਂ ਪਰਮਾਤਮਾ ਦਾ ਵੀਰ ਰਸੀ ਰੂਪ ਚਿਤਰਿਆ ਗਿਆ ਹੈ। ਕਹਿੰਦੇ ਉਹ ਜਦੋਂ ਗੱਜਦਾ ਹੈ ਨਾ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਆਖਣ ਲੱਗੇ ਘਟਾ ਜਾਣ ਸਿਆਮੰ। ਘਟਾ ਤੋਂ ਭਾਵ ਹੈ ਜਿਵੇਂ ਬੱਦਲ ਸ਼ਿਆਮ ਕਾਲਾ ਚੜ੍ਹ ਕੇ ਆਉਂਦਾ ਹੈ। ਦੁਤੰ ਅਬਿਰਾਮੰ, ਤੇ ਬੱਦਲ ਦੀ ਜਿਹੜੀ ਗਰਜ ਹੈ ਨਾ, ਉਦੋਂ ਸਮਾਂ ਸੁਹਾਵਣਾ ਜਿਹਾ ਹੋ ਜਾਂਦਾ, ਗਰਜ ਬੜੀ ਦੂਰ ਤੱਕ ਸੁਣਾਈ ਦਿੰਦੀ ਹੈ। ਦੁਤੰ ਅਕਾਲ ਪੁਰਖ ਦੀ ਜਿਹੜੀ ਸ਼ੋਭਾ ਏ ਉਹ ਬੜੀ ਸੁੰਦਰ ਹੈ, ਉਹਦੀ ਗਰਜ ਬੱਦਲਾਂ ਨਾਲੋਂ ਵੀ ਵੱਧ ਕੇ ਹੈ। ਰਮਣੀਕ ਸਮਾਂ ਜਿਹੜਾ ਉਹਦੇ ਨਾਮ ਵਿੱਚ ਜੁੜਦਾ ਹੈ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ। ਅੱਗੇ ਮਹਾਰਾਜ ਪਾਤਸ਼ਾਹ ਹੁਕਮ ਕਰਦੇ ਨੇ ਚਤੁਰ ਬਾਹਾਂ ਚਾਰੰ ਕਰੀਟੰ ਸੁਧਾਰੰ। ਤੇਰੀਆਂ ਚਾਰ ਬਾਹਾਂ ਨੇ, ਕਿਹੜੀਆਂ ਜੀ? ਚਾਰ ਦਿਸ਼ਾਵਾਂ, ਪੂਰਬ ਪੱਛਮ ਉੱਤਰ ਦਸ਼ਣ, ਇਹ ਤੇਰੀਆਂ ਚਾਰ ਬਾਹਾਂ ਨੇ। ਕਰੀਟੰ ਸੁਧਾਰੰ, ਕਰੀਟ ਕਹਿੰਦੇ ਨੇ ਮੁਕਟ ਨੂੰ। ਤੇਰਾ ਮੁਕਟ ਇਹ ਆਸਮਾਨ ਹੈ ਜਿਹਦੀ ਸ਼ੋਭਾ ਬੜੀ ਹੈ, ਜਿਹੜਾ ਸੁੰਦਰ ਬੜਾ ਹੈ। ਜਾਂ ਸੁਧਾਰ ਤੋਂ ਭਾਵ ਹੈ ਤੇਰਾ ਸ਼ੁੱਧ ਆਚਰਣ ਬੜਾ ਨਿਰਮਲ ਹੈ, ਤੂੰ ਬੜਾ ਉੱਤਮ ਹੈ। ਇਹ ਆਸਮਾਨ ਤੇਰਾ ਪਰਮਾਤਮਾ ਮੁਕਟ ਹੈ, ਏਡੀ ਵੱਡੀ ਕਾਇਆ ਹੈ ਉਸ ਅਕਾਲ ਪੁਰਖ ਦੀ। ਗਦਾ ਸ਼ੰਖ ਚੱਕਰੰ ਦੇ ਪੈ ਕੂਰ ਬਕਰੰ। ਗਦਾ ਸ਼ੰਖ ਚੱਕਰੰ, ਹੁਣ ਹੁੰਦਾ ਕੀ ਹੈ? ਸਨਾਤਨ ਮਤ ਦੇ ਜਿਹੜੇ ਭਗਵਾਨ ਨੇ, ਮਹਾਂਪੁਰਸ਼ ਨੇ, ਉਹਨਾਂ ਦੇ ਕੋਲ ਤੁਸੀਂ ਵੇਖੋਗੇ ਉਹਨਾਂ ਦੀਆਂ ਫੋਟੋਆਂ ਦੇ ਵਿੱਚ ਹੱਥ ਵਿੱਚ ਗਦਾ ਹੋਵੇਗੀ, ਉਂਗਲ ਤੇ ਵਿਸ਼ਨੂੰ ਜੀ ਦੇ ਚੱਕਰ ਹੋਵੇਗਾ, ਇੱਕ ਹੱਥ ਵਿੱਚ ਸ਼ੰਖ ਹੋਵੇਗਾ। ਉਹ ਕਾਫੀ ਉਹਨਾਂ ਦੀਆਂ ਬਾਹਾਂ ਉਸ ਚਿੱਤਰਕਾਰੀ ਦੇ ਵਿੱਚ ਚਿੱਤਰਕਾਰਾਂ ਨੇ ਉਲੀਕੀਆਂ ਹੁੰਦੀਆਂ ਨੇ। ਹੁਣ ਅਕਾਲ ਪੁਰਖ ਦਾ ਚੱਕਰ ਸ਼ੰਖ ਗਦਾ ਕੀ ਹੈ? ਇੱਥੇ ਦੀਨ ਦੁਨੀਆ ਦੇ ਮਾਲਕ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਹੁਕਮ ਕਰਦੇ ਨੇ, ਕਹਿੰਦੇ ਗਦਾ ਸ਼ੰਖ ਤੇ ਚੱਕਰ
ये शोभा वजों गिने गए ने जो भगवान ने सनातन मत दे। कहते पर परमात्मा इन्हां दी जिहड़ी शोभा है ना, तेरा चक्कर की है, तेरा हुक्म सारी सृष्टि ते चल रहा है, तेरा संख की है, तेरा शब्द, तेरा फुरमान जो वाणी दे रूप विच सतपुरुषां ने प्रगट किया है। ऐ दीन दुनिया दे मालक, तेरी गदा की है, हुक्म रूपी गुरज जिहदे तो कोई नहीं बच सकता, चाहे राजा है चाहे प्रजा है, हर एक नूं खत्म कर देना है तू। सो दिपै करूर बकरंग, ये ठीक है गदा दी संख दी चक्कर दी शोभा होवेगी देवतियां दे पास, पर जिहड़ी तेरी शोभा है कहंदे दिपै करूर बकरंग, दिपै दा भाव है प्रकाश चमक शोभा। महाराज कहंदे ने करूर बकरंग, ऐसी क्रूर ऐसी तिखी है भी हर एक देवते दी शोभा नूं फिक्कियां कर दिंदी है। तेरा जस ऐसा है। नराज छंद अनूप रूप राज्यंग, निहार काम लाज्यंग। वो रूप जिहदी उपमा कोई कर नहीं सकिया। अनूपम, एडा सुंदर तेरा महाराज रूप है जिहदी उपमा कलम नहीं कर सकती। दीन दुनिया दे मालक कहंदे ने बेमिसाल है। राज राज्यंग, राजियां दा जिथे तू राजा है ना, जगह जगह राज राज्यंग कहंदे ने। कहंदे अनूप रूप राज्यंग, राज की है रियासत। जिहड़ा तेरा राज है ना, निर्गुण स्वरूप दा सचखंड दा राज, कहंदे ओदी उपमा नहीं की जा सकती। ना तेरे रूप दी उपमा हो सकती है, ना तेरी रियासत दी। जां ओदी रियासत की है, ये खंड ब्रह्मंड ये सृष्टि। अपने को तो प्रकृति का अंत नहीं पाया गया, तो ओदी शोभा का अंत कित्थों पावांगे। तेरी रियासत सारी कायनात हुई है, यदि कोई शोभा नहीं कर सकता, अंत नहीं पा सकता। निहार काम लाज्यंग, तेरे जिथे रूप की शोभा की गल है ना, कहते काम देवते वर्गे भी तैनूं तक लैण, सुंदर तो सुंदर स्वरूप भी तैनूं तक लवे, तो कहते वो शर्मिंदगी विच उतर जाएगा कि तेरा जिहड़ा स्वरूप है वो इतना सुंदर है। ला जाएगी उसनूं तेरे वाल वेख के, जो दावे करदा मैं बड़ा सुंदर हाँ, जे दिदारे कर लवे परमेश्वर दे, वो इतना सुंदर है। अलोक लोक शोभयंग, बेलोक लोक लोभयंग। लोकाई विच लोकां विच तेरी शोभा है। वेखो नाम वखरे हो सकते ने, कोई बोले राम राम कोई खुदाए, पर शोभा तेरी गाई जा रही है। चाहे हिंदू वीर ने, इस्लाम जगत है, सिख जगत है, ईसाई ने, यहूदी ने, बुद्धिस्ट है, चाहे कोई जैनिज़म नूं बिलोंग करता है, नाम वख वख हो सकते हैं, पर वाहिगुरू तेरी उपमा सारे कर रहे हैं। क्यों जी? क्योंकि निश्चल राज है तेरा, सदीवी रहन वाला है, तेरे बाबत लोग जानते ने। रहीम है, करीम है, झोलियां भरन वाला कृपालू है, तो जिथों लोगों को कुछ मिलता है उहदे गुण गाउंदे ने। बाणी कहती निश्चल राज है सदा तिसकेरा, ना आवे ना जाई, तू सदा रहन वाला है, तेरा जस सदा गाया जाता है, तेरी शोभा दुनिया ते हुंदी है। अच्छा, जिहड़ा अलोक है ना, अलोक शब्द एक तो है जिहड़ा लोक तो परे है, फिर भी उहदी शोभा है लोक विच। एक अलोक का मतलब है चमत्कार, प्रकाश, दर्शन दीदार। तेरा दर्शन दीदार लोक शोभयंग, जिस भी लोकाई अंदर वसदे लोकां ने, इंसान ने कर लिया, उहदी अपनी भी शोभा तेरे वर्गी बन जाती है। तेरा दर्शन ऐसा शोभा वाला है, लोकां विच तू शोभनीक हो रहा है। बेलोक लोक लोभयंग, कई तो तेरा सुंदर स्वरूप वेख के लोभी हो जाते ने, भी ऐसी दिख चाहिदी है। जां महाराज आखण लगे तेरी शोभावत लोग लोभ करते हैं भी उन्हां दी भी शोभा रब वर्गी हो जाए। हर बंदा चाहुंदा है उसकी वडियाई होवे। सो महाराज इत्थे उपमा करते ने, दूसरा भाव है, कहते तिन्नां लोकां विच ओहदी शोभा दी माला फेरी जा रही है, वडियाई हो रही है। लोभी तो भाव, लोभंग तो भाव है हर कोई माला नाम इसलिए जपदा है, उन्हां नूं लोभ है
ਉਹ ਲੁਭਾਏਮਾਨ ਨੇ, ਤੇਰੇ ਦਰਸ਼ਨ ਹੋ ਜਾਣ ਇੱਕ ਵਾਰ ਉਹਨਾਂ ਨੂੰ। ਸੋ ਮਹਾਰਾਜ ਪਾਤਸ਼ਾਹ ਇੱਥੇ ਇਹ ਫੁਰਮਾਨ ਕਰਦੇ ਨੇ, ਹਰ ਕੋਈ ਤੇਰੇ ਦਰਸ਼ਨਾਂ ਦਾ ਭੁੱਖਾ ਹੈ, ਲੋਭੀ ਹੈ। ਸੋ ਦੀਨ ਦੁਨੀਆ ਦੇ ਮਾਲਕ ਅੱਗੇ ਆਖਣ ਲੱਗੇ, ਚਮਕ ਚੰਦਰ ਸੀਸਿਅੰ ਰਹਿਓ ਲਜਾਏ ਈਸਿਅੰ। ਚਮਕ, ਪ੍ਰਕਾਸ਼, ਚਮਕ। ਚੰਦਰ ਕਹਿੰਦੇ ਨੇ ਚੰਦ ਦੀ। ਮਹਾਰਾਜ ਕਹਿੰਦੇ ਤੇਰੇ ਸੀਸ ਦੀ, ਸੀਸਿਅੰ ਦੀ, ਤੇਰੇ ਚਿਹਰੇ ਦੀ ਚੰਦ ਨਾਲੋਂ ਵੱਧ ਕੇ ਚਮਕ ਹੈ। ਤੇ ਚੰਦ ਕੌਣ ਧਾਰਦਾ ਹੈ ਜੂੜੇ ਵਿੱਚ? ਹੁਣ ਧਿਆਨ ਦਿਓ ਇੱਥੇ। ਕਈ ਵਾਰ ਇਸ ਵਿਆਖਿਆ ਨੂੰ ਲੋਕ ਜੋੜ ਲੈਂਦੇ ਨੇ ਵੀ ਸ਼ਾਇਦ ਮਹਾਦੇਵ ਦੀ ਵਿਆਖਿਆ ਹੈ, ਸ਼ਿਵ ਜੀ ਮਹਾਰਾਜ ਦੀ ਵਿਆਖਿਆ ਹੈ। ਨਹੀਂ, ਸ਼ਿਵ ਜੀ ਮਹਾਰਾਜ ਵਰਗੇ ਮਹਾਂਪੁਰਸ਼ਾਂ ਨੂੰ, ਅਵਤਾਰਾਂ ਨੂੰ ਦੁਨੀਆ 'ਤੇ ਘੱਲਣ ਵਾਲੇ ਖੁਦ ਖੁਦਾ ਅਕਾਲ ਪੁਰਖ ਦੀ ਵਿਆਖਿਆ ਹੈ। ਕਿਸੇ ਨੇ ਪੁੱਛਿਆ ਜੀ ਚੰਦ ਤੇ ਸ਼ਿਵ ਜੀ ਵੀ ਆਪਣੇ ਜੂੜੇ ਵਿੱਚ ਲਾਉਂਦੇ ਨੇ, ਤੇ ਗੁਰੂ ਗੋਬਿੰਦ ਸਿੰਘ ਜੀ ਆਖਣ ਲੱਗੇ, ਚਮਕ ਚੰਦਰ ਸੀਸਿਅੰ ਰਹਿਓ ਲਜਾਏ ਈਸਿਅੰ। ਲੱਜਾ, ਲਜਾ ਜਾਣਾ। ਕਹਿੰਦੇ ਸ਼ਿਵ ਜੀ ਵੀ ਉਹਦੇ ਚਿਹਰੇ ਦੀ ਚਮਕ ਵੇਖ ਕੇ ਲਜਾ ਜਾਂਦੇ ਨੇ, ਝੱਕ ਜਾਂਦੇ ਨੇ, ਨੀਵੀਂ ਪਾ ਲੈਂਦੇ ਨੇ। ਏਡਾ ਸੁੰਦਰ ਸਰੂਪ ਹੈ ਸਾਰਿਆਂ ਦੇ ਖਸਮ ਪਰਮਾਤਮਾ ਦਾ। ਈਸਿਅੰ ਲਫ਼ਜ਼ ਵਰਤਿਆ ਹੈ। ਈਸ਼ ਲਫ਼ਜ਼ ਸ਼ਿਵ ਜੀ ਲਈ ਹਿੰਦੂ ਵੀਰ ਵਰਤਦੇ ਨੇ। ਸਿੱਖਾਂ ਵਿੱਚ ਈਸ਼ ਲਫ਼ਜ਼ ਈਸ਼ਵਰ ਲਈ, ਪਰਮਾਤਮਾ ਲਈ ਆਉਂਦਾ ਹੈ। ਸੋ ਸੋਭ ਨਾਗ ਭੂਖਣੰ ਅਨੇਕ ਦੁਸ਼ਟ ਦੂਖਣੰ। ਦੁਸ਼ਟ ਦੂਤ ਪਰਮੇਸ਼ਰ ਮਾਰੇ, ਇਹ ਗੁਰੂ ਗ੍ਰੰਥ ਸਾਹਿਬ ਦੇ ਇਸ ਅਲਫਾਜ਼ ਦੇ ਵਿਆਖਿਆ ਹੈ। ਔਰ ਤੇਰਾ ਅਕਾਲ ਪੁਰਖ ਜਿਹੜਾ ਸੁਭਾਅ ਹੈ, ਆਖਣ ਲੱਗੇ ਸੋ ਸੋਭ ਨਾਗ ਭੂਖਣੰ ਅਨੇਕ ਦੁਸ਼ਟ ਦੂਖਣੰ। ਤੇਰੀ ਸ਼ੋਭਾ ਜਿਹੜੀ ਹੈ ਨਾ, ਸੀਰਤ ਜਿਹੜੀ ਹੈ ਤੇਰੀ, ਜਿਵੇਂ ਨਾਗ ਦੀ ਨਿਆਈ। ਕਿਸੇ ਨੇ ਗਲ ਵਿੱਚ ਕੋਈ ਹੀਰਿਆਂ ਦਾ ਹਾਰ ਪਹਿਨਿਆ ਹੋਵੇ ਨਾ, ਗਹਿਣਾ ਭੂਖਣ ਪਹਿਨਿਆ ਹੋਵੇ, ਤੇ ਉਹ ਆਖੇ ਵੀ ਮੈਂ ਬੜਾ ਹਾਰ ਸ਼ਿੰਗਾਰ ਲਾਇਆ, ਮੇਰੀ ਚਮਕ ਦਮਕ ਬੜੀ ਹੈ। ਕਹਿੰਦੇ ਪਰਮਾਤਮਾ ਤੇਰਾ ਤੇਜ਼ ਪ੍ਰਤਾਪ ਗਹਿਣਿਆਂ ਤੋਂ ਬਿਨਾਂ ਹੀ ਇਤਨਾ ਕਹਿ ਵੀ ਬੜੇ ਬੜੇ ਜਿਹੜੇ ਦੁਸ਼ਟ ਨੇ, ਦੁਸ਼ਟ ਕੀ ਹੁੰਦਾ? ਖੋਟੀ ਮੱਤ ਵਾਲਾ, ਕਲੰਕੀ, ਵੈਰੀ, ਐਸੇ ਜਿਹੜੇ ਮਨਮੁਖ ਲੋਕ ਨੇ, ਉਹ ਤੇਰੀ ਚਮਕ ਦਮਕ ਵੇਖ ਕੇ, ਤੇਰੇ ਰੂਪ ਨੂੰ ਵੇਖ ਕੇ ਮਹਾਰਾਜ ਉਹ ਸ਼ਰਮਿੰਦੇ ਹੋ ਜਾਂਦੇ ਨੇ, ਔਰ ਉਹ ਤੇਰੇ ਪਾਸੋਂ ਦੂਰ ਦੌੜ ਜਾਂਦੇ ਨੇ। ਪਰਮੇਸ਼ਰ ਦੁਸ਼ਟ ਦੋਖੀਆਂ ਦਾ ਨਾਸ਼ ਕਰਦਾ ਹੈ। ਜਾਂ ਇੱਥੇ ਦੁਸ਼ਟ ਲਫ਼ਜ਼ ਤੁਸੀਂ ਵਿਕਾਰਾਂ ਲਈ ਵਰਤ ਲਓ, ਉਹ ਵਿਕਾਰਾਂ ਦਾ ਨਾਸ਼ ਕਰਤਾ ਹੈ। ਸੋ ਮਹਾਰਾਜ ਪਾਤਸ਼ਾਹ ਅੱਗੇ ਕਹਿੰਦੇ ਨੇ, ਕਿਰਪਾਣ ਪਾਣ ਧਾਰੀਅੰ ਕਰੋੜ ਪਾਪ ਟਾਰੀਅੰ। ਇਹ ਸਿੱਖ ਲਈ ਵੀ ਹੁਕਮ ਹੈ। ਦਾਸ ਕਈ ਵਾਰ ਕਹਿੰਦਾ ਹੁੰਦਾ ਵੀ ਦੇਖੋ, ਸਿੱਖ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੈ ਤੇ ਖਾਲਸਾ ਦਸਮ ਬਾਣੀ ਨੂੰ ਨਾਲ ਲਿਆ ਪ੍ਰਗਟ ਹੁੰਦਾ ਹੈ। ਚਾਹੇ ਖੰਡੇ ਦੀ ਪੌਲ ਦੀਆਂ 5 ਬਾਣੀਆਂ ਨੇ, ਜਪਜੀ ਆਨੰਦ ਗੁਰੂ ਗ੍ਰੰਥ ਸਾਹਿਬ ਦੀ, ਜਾਪ ਸਵਈਏ ਚੌਪਈ ਦਸਮ ਬਾਣੀ ਵਿੱਚੋਂ, ਚਾਹੇ ਸਿੱਖ ਦੀ ਅਰਦਾਸ ਹੈ ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਬਾਣੀ ਪੜ੍ਹੀ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ, ਜਦੋਂ ਅਰਦਾਸ ਕਰਨੀ ਉਹ ਦਸਮ ਬਾਣੀ ਚੋਂ। ਸਿੱਖ ਨਿਰਮਾਣਤਾ ਦਾ ਸਰੂਪ ਹੈ ਤੇ ਸਿੰਘ ਸਾਹਸ ਦਾ ਸਰੂਪ ਹੈ। ਇਸੇ ਤਰ੍ਹਾਂ ਬਾਪੂ ਨੇ ਇੱਥੇ ਹੁਕਮ ਕੀਤਾ ਹੈ ਸਾਨੂੰ ਇੱਕ ਖਾਸ ਕਕਾਰ ਜੋ ਪੰਜਾਂ ਚੋਂ ਇੱਕ ਹੈ, ਕੱਚ ਕੜਾ ਕਿਰਪਾਨ ਕੰਘਾ ਕੇਸ ਅੰਮ੍ਰਿਤ ਛਕ ਕੇ ਪਹਿਨਦੇ ਜੇ ਨਾ, ਜਬ ਜਾਪ ਸਵਈਏ ਚੌਪੀ ਨੰਦ ਸੋ ਪਾਠ ਸੋ ਪਾਹੁਲ ਤਿਆਰ ਕਰੀਜੈ। ਭਾਈ ਜੈਤਾ ਕਹਿੰਦੇ ਜਬ ਜਾਪ ਸਵਈਏ ਚੌਪੀ ਨੰਦ ਪੜ੍ਹ ਕੇ ਖੰਡੇ ਦੀ ਪੌਲ ਤਿਆਰ ਹੋਈ, ਮੈਂ ਸ਼ਕੀ ਤੇ ਬਣ ਗਿਆ ਬਾਬਾ ਜੀਵਨ ਸਿੰਘ ਰੰਗਰੇਟਾ ਗੁਰੂ ਕਾ ਬੇਟਾ। ਹੁਣ ਉਹ 5 ਬਾਣੀਆਂ ਤੋਂ ਬਾਅਦ ਜੋ ਹੁਕਮ ਹੈ ਪੰਜਾਂ ਕਕਾਰਾਂ ਵਾਲਾ ਜੋ ਪਹਿਨ ਕੇ ਆਪਾਂ ਅੰਮ੍ਰਿਤ ਛਕਦੇ ਹਾਂ, ਉਹਨਾਂ 'ਚੋਂ ਇੱਕ ਹੈ ਕਿਰਪਾਨ। ਮਹਾਰਾਜ ਕਹਿੰਦੇ ਕਿਰਪਾਨ ਪਾਣ ਧਾਰੀਅੰ ਕਰੋੜ ਪਾਪ ਟਾਰੀਅੰ। ਇਹ ਅਕਾਲ ਪੁਰਖ, ਇਹ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜਿਹੜਾ ਤੇਰੇ ਹੁਕਮ ਵਿੱਚ ਚੱਲੇਗਾ, ਕਕਾਰਾਂ ਦਾ ਧਾਰਨੀ ਹੋਵੇਗਾ, ਤੇਰੇ ਹੁਕਮ ਵਿੱਚ ਚੱਲਣ ਵਾਲੇ ਦੇ ਪਾਪ ਕੱਟੇ ਜਾਂਦੇ ਨੇ, ਉਹਦੇ ਪਾਪ ਮਿਟ ਜਾਂਦੇ ਨੇ। ਪਾਪ ਖੰਡਨ ਪ੍ਰਭ ਤੇਰੋ ਨਾਮ, ਹੁਕਮ ਰਜਾਈ ਜੋ ਚੱਲੈ ਸੋ ਪਵੈ। ਖਜ਼ਾਨੇ ਜਿਹੜਾ ਗੁਰੂ ਦੇ ਹੁਕਮ ਵਿੱਚ ਚੱਲੇ, ਗੁਰ ਕੇ ਭਾਣੇ ਵਿੱਚ ਅੰਮ੍ਰਿਤ ਹੈ।
ਗੁਰੂ ਦੇ ਹੁਕਮ 'ਚ ਹੀ ਅੰਮ੍ਰਿਤ ਬਣਿਆ, ਪੰਜਾਂ ਬਾਣੀਆਂ ਨਾਲ ਹੁਕਮ 'ਚ ਹੀ ਅਸੀਂ ਤਲਵਾਰ ਪਹਿਨਦੇ ਹਾਂ। ਅੱਛਾ, ਕਿਰਪਾਨ ਦਾ ਮਤਲਬ ਕੀ ਹੁੰਦਾ ਹੈ? ਜੇ ਤੇ ਨੰਨੇ ਨਾ ਕਿਰਪਾਨ ਆਖੋ ਦੇ ਤੇ ਫਿਰ ਤੇ ਇਹਦਾ ਮਤਲਬ ਹੁੰਦਾ ਹੈ ਕਿਰਪਾ ਕਰਨ ਵਾਲੀ। ਜੇ ਕਿਰਪਾਨ ਅਣਾਣੇ ਨਾ ਵਰਤੋਗੇ, ਜੋ ਕਿਰਪਾ ਨੂੰ ਆਣ ਫੈਂਕ ਦੇਵੇ, ਦੂਰ ਸੁੱਟ ਦੇਵੇ, ਭਾਵ ਜਦੋਂ ਚੱਲਦੀ ਹੈ ਫਿਰ ਕਿਰਪਾ ਨੂੰ ਛੱਡ ਕੇ ਸਿਰ ਲਾਉਂਦੀ ਹੈ, ਤੇ ਜੇ ਨੰਨੇ ਨਾ ਲਓ ਤੇ ਫਿਰ ਕਿਰਪਾ ਕਰਨ ਲਈ ਚੱਲਦੀ ਹੈ, ਰੱਖਿਆ ਲਈ ਚੱਲਦੀ ਹੈ। ਔਰੰਗਜ਼ੇਬ ਚਲਾਉਂਦਾ ਹੈ ਸਿਰ ਲਾਉਣ ਲਈ, ਤੇ ਜਦੋਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਚਲਾਉਂਦੇ ਨੇ ਉਹ ਮਜ਼ਲੂਮ ਦੀ ਰੱਖਿਆ ਲਈ ਚਲਾਉਂਦੇ ਨੇ। ਖੈਰ, ਇਉਂ ਸਮਝ ਲਓ ਦੂਸਰਾ ਭਾਵ, ਪਰਮਾਤਮਾ ਨੇ ਹੁਕਮ ਰੂਪੀ ਤਲਵਾਰ ਫੜੀ ਹੋਈ ਹੈ, ਗਿਆਨ ਰੂਪੀ ਤਲਵਾਰ ਫੜੀ ਹੋਈ ਹੈ, ਵਿਕਾਰਾਂ ਨੂੰ ਕੱਟ ਰਿਹਾ ਹੈ। ਕਰੋੜ ਪਾਪ ਟਾਰੀਅੰ, ਪਾਪ ਖੰਡਨ ਪ੍ਰਭ ਤੇਰੋ ਨਾਮ। ਆਪਣੇ ਹੁਕਮ ਰੂਪੀ ਨਾਮ ਰੂਪੀ ਤਲਵਾਰ ਦੇ ਨਾਲ ਸਾਡੇ ਪਾਪ ਉਹ ਕੱਟ ਸਕਦਾ ਹੈ ਔਰ ਕੱਟ ਰਿਹਾ ਹੈ। ਗਦਾ ਗ੍ਰਿਸ਼ਟ ਪਾਣੀਅੰ, ਗ੍ਰਿਸ਼ਟ ਕਹਿੰਦੇ ਨੇ ਭਾਰੀ, ਬਹੁਤ ਭਾਰੀ। ਪਾਣੀਅੰ ਦਾ ਮਤਲਬ ਹੈ ਹੱਥ ਦੇ ਵਿੱਚ। ਐ ਦੀਨ ਦੁਨੀਆ ਦੇ ਮਾਲਕ, ਜਿੱਥੇ ਤੂੰ ਮੈਦਾਨੇ ਜੰਗ ਵਿੱਚ ਸੂਰਬੀਰਾਂ ਦੇ ਰੂਪ ਵਿੱਚ ਹੈ, ਤੂੰ ਹੱਥ ਵਿੱਚ ਗਦਾ ਫੜ ਲੈਣਾ ਹੈ। ਜਿੱਥੇ ਤੂੰ ਮੈਦਾਨੇ ਜੰਗ ਵਿੱਚ ਸੂਰਬੀਰਾਂ ਦੇ ਰੂਪ ਵਿੱਚ ਉਤਰਦਾ ਹੈ, ਕਮਾਨ ਬਾਣ ਤਾਣਿਅੰ, ਕਮਾਨ ਲਾ ਕੇ ਮੋਢੇ ਤੋਂ ਬਾਣ ਕੱਸ ਕੱਸ ਕੇ ਤੂੰ ਛੱਡਦਾ ਹੈ। ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਰੂਪ ਵਿੱਚ ਸ਼ਬਦ ਸੰਖ ਬੱਜਿਅੰ, ਕੜੰਕ ਘੁੰਗਰ ਗੱਜਿਅੰ। ਜਦੋਂ ਮੈਦਾਨੇ ਜੰਗ ਵਿੱਚ ਉਤਰਦਾ ਹੈ ਫਿਰ ਸੰਖ ਨਗਾਰੇ ਵੱਜਦੇ ਨੇ, ਜਿਵੇਂ ਘੁੰਗਰੂਆਂ ਦਾ ਸ਼ੋਰ ਹੈ। ਮਹਾਰਾਜ ਕਹਿੰਦੇ ਕੜੰਕ, ਜਿਵੇਂ ਬੱਦਲ ਗਰਜੇ, ਘੁੰਗਰੂਆਂ ਦਾ ਸ਼ੋਰ ਪਵੇ, ਇੱਦਾਂ ਮੈਦਾਨੇ ਜੰਗ ਵਿੱਚ ਗੱਜਦੇ ਨੇ ਸ਼ੰਖ, ਵੱਜਦੇ ਨੇ ਸ਼ੰਖ। ਸੂਰਬੀਰ ਲੜਦੇ ਨੇ ਤੇ ਜਿਹੜੇ ਬੁਜ਼ਦਿਲ ਨੇ ਆਵਾਜ਼ ਸੁਣ ਕੇ ਦੌੜ ਜਾਂਦੇ ਨੇ। ਸੋ ਅੱਗੇ ਮਹਾਰਾਜ ਆਖਣ ਲੱਗੇ, ਸਰਨ ਨਾਥ ਤੋਰੀਅੰ, ਉਭਾਰ ਲਾਜ ਮੋਰੀਅੰ। ਜਿਹੜਾ ਤੇਰੀ ਸ਼ਰਨ ਆਉਂਦਾ ਹੈ ਨਾ, ਉਹਦੀ ਤੂੰ ਰੱਖਿਆ ਕਰਦਾ ਹੈ। ਤੇ ਸਿੱਖਾ ਰੋਜ਼ ਅਰਦਾਸ ਕਰਿਆ ਕਰ ਗੁਰੂ ਨਾਨਕ ਅਕਾਲ ਪੁਰਖ ਦੇ ਅੱਗੇ, ਐ ਪ੍ਰਮਾਤਮਾ। ਮਹਾਰਾਜ ਸਾਨੂੰ ਇਹ ਸਿਖਾਉਂਦੇ ਨੇ ਵੀ ਉਹਦੇ ਅੱਗੇ ਬੈਠ ਕੇ ਬੇਨਤੀ ਕਰੋ ਵੀ ਅਸੀਂ ਤੇਰੀ ਸ਼ਰਨ ਵਿੱਚ ਹਾਂ, ਅਸੀਂ ਤੇਰੇ ਚਰਨਾਂ ਦੇ ਵਿੱਚ ਹਾਂ, ਤੇ ਤੂੰ ਸਾਡੇ ਤੇ ਕਿਰਪਾ ਕਰਕੇ ਸਰਨ ਨਾਥ ਤੋਰੀਅੰ, ਉਭਾਰ ਲਾਜ ਮੋਰੀਅੰ। ਮੇਰੀ ਇੱਜ਼ਤ ਨੂੰ ਉਭਾਰਨਾ ਕਰ। ਅਬ ਰਾਖੋ ਦਾਸ ਭਾਟ ਕੀ ਲਾਜ, ਜੈਸੀ ਰਾਖੀ ਲਾਜ ਭਗਤ ਪ੍ਰਹਿਲਾਦ ਕੀ। ਹਰਨਾਕਸ਼ ਫਾਰੇ ਕਰ ਆਜ, ਜਿਵੇਂ ਹਰਨਾਕਸ਼ ਤੋਂ ਪ੍ਰਹਿਲਾਦ ਜੀ ਨੂੰ ਰੱਖ ਲੈਣਾ ਹੈ ਤੂੰ। ਗੁਰੂ ਗ੍ਰੰਥ ਸਾਹਿਬ ਦੇ ਬੋਲ ਨੇ, ਦਰਬਾਰਨ ਮਹਿ ਤੇਰੋ ਦਰਬਾਰਾ, ਸਰਨ ਪਾਲਨ ਟੀਕਾ। ਤੇਰੇ ਦਰਬਾਰ ਦਾ ਸੁਭਾਅ ਹੈ, ਜਿਹੜਾ ਸ਼ਰਨ ਆਵੇ ਉਹਦੀ ਤੂੰ ਰੱਖਿਆ ਕਰਦਾ ਹੈ। ਮੈਂ ਤੇਰੀ ਸ਼ਰਨ ਆਇਆ ਹਾਂ, ਤੇਰੇ ਦਰਬਾਰ ਵਿੱਚ ਮੇਰੀ ਰੱਖਿਆ ਕਰ। ਅੱਗੇ ਮਹਾਰਾਜ ਕਹਿੰਦੇ ਨੇ, ਅਨੇਕ ਰੂਪ ਸੋਹੀਅੰ, ਵਿਸੇਖ ਦੇਵ ਸੁਮੋਹੀਅੰ। ਹੁਣ ਤੇਰੇ ਇੱਦਾਂ ਦੇ ਅਨੇਕ ਹੀ ਰੂਪ ਨੇ ਜਿਹੜੇ ਬਚਿੱਤਰ ਨਾਟਕ ਵਿੱਚ ਪਾਤਸ਼ਾਹ ਨੇ ਦਰਜ ਕੀਤੇ ਨੇ। ਜਾਪ ਸਾਹਿਬ ਵਿੱਚ ਵੀ ਬੜੇ ਰੂਪ ਨੇ, ਅਕਾਲ ਉਸਤਤ ਵਿੱਚ ਵੀ ਬੜੇ ਰੂਪ ਨੇ, ਹਰ ਜਗ੍ਹਾ ਹੀ ਉਹਦੇ ਰੂਪ ਬਿਆਨ ਕੀਤੇ ਨੇ ਪਾਤਸ਼ਾਹ ਨੇ। ਪਰ ਜਿਹੜਾ ਵੀ ਰੂਪ ਕਹਿੰਦੇ ਮੈਂ ਬਿਆਨ ਕੀਤਾ ਹੈ ਨਾ ਤੇਰਾ, ਗੁਰੂ ਪਾਤਸ਼ਾਹ ਕਹਿੰਦੇ ਨੇ ਉਹਨਾਂ ਦੀ ਜਿਹੜੀ ਉਪਮਾ ਹੈ, ਉਹਨਾਂ ਦੀ ਜਿਹੜੀ ਛਵੀ ਹੈ, ਸ਼ਬ ਹੈ, ਵਡਿਆਈ ਹੈ, ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਸੋ ਮਹਾਰਾਜ ਕਹਿੰਦੇ ਵਿਸੇਖ ਦੇਵ ਮੋਹੀਅੰ, ਵਿਸ਼ੇਸ਼ ਵਿਸ਼ੇਸ਼ ਕਰਕੇ ਬੜੇ ਬੜੇ ਦੇਵਤੇ, ਸੁੰਦਰ ਇਨਸਾਨ, ਚੰਗਿਆਂ ਕਰਮਾਂ ਵਾਲੇ ਇਨਸਾਨ ਜਾਂ ਦੈਵਿਕ ਤਾਕਤਾਂ ਵਾਲੇ ਦੇਵ ਵੀ ਤੇਰੇ ਵੱਲ ਵੇਖ ਕੇ ਮੋਹੇ ਜਾਂਦੇ ਨੇ। ਅੱਗੇ ਮਹਾਰਾਜ ਫੁਰਮਾਨ ਕਰਦੇ ਨੇ, ਅਦੇਵ ਦੇਵ ਦੇਵਲੰ, ਕਿਰਪਾ ਨਿਧਾਨ ਕੇਵਲੰ। ਹੁਣ ਜਿਹੜੇ ਦੇਵਤੇ ਨੇ ਨਾ, ਉਹਨਾਂ ਦੀ ਮੂਰਤ, ਕਈ ਦੇਵਤਿਆਂ ਦੀ ਜੋ ਆਕਿਰਤੀ ਹੈ, ਮੂਰਤ ਹੈ, ਉਹ ਮੰਦਰਾਂ ਦੇ ਵਿੱਚ, ਦੇਵਲਾਂ ਦੇ ਵਿੱਚ ਸੁਭਾਏਮਾਨ ਹੁੰਦੀ ਹੈ। ਉਹ ਮੰਦਰ ਜਿੱਥੇ ਦੇਵਤਿਆਂ ਦੀ ਮੂਰਤ ਹੈ, ਉੱਥੇ ਹਿੰਦੂ ਵੀਰ ਜਾ ਕੇ ਪੂਜਾ ਪ੍ਰਤਿਸ਼ਠਾ ਆਪਣੀ ਕਰਦੇ ਨੇ। ਕਹਿੰਦੇ ਅਕਾਲ ਪੁਰਖ ਪਰਮਾਤਮਾ ਜਿੰਨੇ ਵੀ ਦੇਵ ਨੇ ਤੇਰੇ ਅੱਗੇ ਉਹ ਅਦੇਵ ਨੇ, ਭਾਵ ਛੋਟੇ ਨੇ, ਤੂੰ ਸਾਰਿਆਂ ਦਾ ਦੇਵ ਹੈ।
ਸੋ ਮਹਾਰਾਜ ਗੁਰੂ ਗ੍ਰੰਥ ਸਾਹਿਬ ਵੀ ਕਹਿੰਦੇ ਨੇ ਨਾ, ਸਾਰੇ ਦੇਵ ਦੇਵਤੇ ਤੈਨੂੰ ਹੀ ਗਾਉਂਦੇ ਨੇ। ਆਖੈ ਹੈ ਦਾਨਵ, ਆਖੈ ਹੈ ਦੇਵ, ਆਖੈ ਹੈ ਸੁਰ ਨਰ ਮੁਨ ਜਨ ਸੇਵ, ਸਾਰੇ ਤੈਨੂੰ ਹੀ ਗਾਉਂਦੇ ਨੇ। ਸੋ ਸਾਰੇ ਦੇਵਤੇ ਤੈਨੂੰ ਗਾਉਣ ਵਾਲੇ ਨੇ। ਕਿਰਪਾ ਨਿਧਾਨ ਕੇਵਲੰ, ਇਉਂ ਸਮਝ ਲਓ ਸਾਰੇ ਦੇਵਤਿਆਂ ਦਾ, ਸਾਰੇ ਰਹਿਬਰਾਂ ਦਾ, ਅਵਤਾਰਾਂ ਮਹਾਂਪੁਰਸ਼ਾਂ ਦਾ ਸਤਿਕਾਰ ਹੈ। ਅਸੀਂ ਆਪਣੇ ਗੁਰੂ ਪੀਰਾਂ ਦਾ, ਗੁਰੂ ਪਾਤਸ਼ਾਹ ਦਾ ਸਤਿਕਾਰ ਕਰਦੇ, ਪੀਰਾਨ ਪੀਰ ਗੁਰੂ ਨਾਨਕ ਸਾਹਿਬ ਦਾ, ਦੂਸਰੇ ਧਰਮਾਂ ਦੇ ਰਹਿਬਰਾਂ ਦਾ ਵੀ ਸਤਿਕਾਰ ਕਰਦੇ ਹਾਂ। ਪਰ ਇੱਕ ਗੱਲ ਤਾਂ ਇਹ ਆ, ਮਹਾਰਾਜ ਆਖਣ ਲੱਗੇ ਜਿਵੇਂ ਕੋਈ ਦੇਵਤਿਆਂ ਚੋਂ ਦੇਵ ਤੇਰੇ ਵਰਗਾ ਨਹੀਂ, ਕਿਰਪਾ ਨਿਧਾਨ ਕੇਵਲੰ, ਤਿਵੇਂ ਹੀ ਕੋਈ ਕਿਰਪਾਲੂ ਰਹਿਮ ਕਰਨ ਵਾਲਾ ਰਹੀਮ ਵੀ ਤੇਰੇ ਕੋਈ ਬਰਾਬਰ ਨਹੀਂ ਹੈ। ਐ ਗੁਰੂ ਅਕਾਲ ਪੁਰਖ ਪਰਮਾਤਮਾ, ਤੂੰ ਸਾਰਿਆਂ ਤੇ ਕਿਰਪਾਲੂ ਹੈ, ਰਹਿਮ ਕਰਨ ਵਾਲਾ ਹੈ, ਤੇ ਏਡਾ ਕੁ ਕਿਰਪਾ ਦਾ ਖਜ਼ਾਨਾ ਹੈ ਤੂੰ। ਤੈਨੂੰ ਸਾਗਰ ਕਹਿੰਦੇ ਨੇ, ਨਿਧਾਨ ਕਹਿੰਦੇ ਨੇ, ਤੈਨੂੰ ਨਿੱਧ ਕਹਿੰਦੇ ਨੇ। ਭਾਵ ਤੇਰੇ ਦਰ ਤੇ ਜੋ ਆਉਂਦਾ ਹੈ ਝੋਲੀਆਂ ਭਰੀ ਜਾਨਾ ਹੈ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾ ਜੁਗੰਤਰ ਖਾਹੀ ਖਾਹੇ। ਹੁਣ ਅੱਗੇ ਮਹਾਰਾਜ ਪਾਤਸ਼ਾਹ ਫਰਮਾਨ ਕਰਦੇ ਨੇ, ਸੋ ਆਦ ਅੰਤ ਏਕੇ ਅੰਗ ਧਰੇ ਸੋ ਰੂਪ ਅਨੇਕੇ ਅੰਗ। ਆਦ ਵਿੱਚ ਜਦੋਂ ਸ੍ਰਿਸ਼ਟੀ ਨਹੀਂ ਸੀ ਉਹ ਮੌਜੂਦ ਸੀ, ਦੁਨੀਆ ਨਾ ਵੀ ਰਹੀ ਤੇ ਉਹ ਮੌਜੂਦ ਰਹੇਗਾ, ਉਹ ਇੱਕ ਰਹੇਗਾ। ਬਾਕੀ ਸਭ ਦੈਵਿਕ ਤਾਕਤਾਂ, ਦੇਵਤੇ, ਰਹਿਬਰ, ਮਹਾਂਪੁਰਸ਼, ਦੁਨੀਆ ਚਲੀ ਜਾਵੇਗੀ। ਕਹਿੰਦੇ ਧਰੇ ਸੋ ਰੂਪ ਅਨੇਕੇ ਅੰਗ। ਔਰ ਆਦ ਤੋਂ ਅੰਤ ਤੱਕ ਜੇ ਸਰਗੁਣ ਦੇਖਣਾ ਤੇ ਉਹ ਸਾਰਿਆਂ ਚੋਂ ਦੀ ਜੋਤ ਹੈ। ਜੇ ਵਿਸ਼ੇਸ਼ ਸਰਗੁਣ ਸਰੂਪ, ਪੂਰਨ ਸਰੂਪ ਵੇਖਣੇ, ਗੁਰੂ ਨਾਨਕ ਸਾਹਿਬ ਤੋਂ ਗੁਰੂ ਗੋਬਿੰਦ ਸਿੰਘ ਤੱਕ ਸ਼ਬਦ ਸਰੂਪ ਨਾਦ ਵੱਜ ਰਿਹਾ ਹੈ ਦੁਨੀਆ ਵਿੱਚ, ਉਹਦੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਦਰਸ਼ਨ ਕਰੋ। ਇਉਂ ਕਹਿੰਦੇ ਨੇ ਇੱਕ ਸਤੇ ਹੋਇਓ ਅਨੰਤਾ। ਗੁਰੂ ਗ੍ਰੰਥ ਸਾਹਿਬ ਕਹਿੰਦੇ ਤੂੰ ਇੱਕ ਤੋਂ ਅਨੇਕ ਹੈ, ਔਰ ਸਦੀਵੀ ਇੱਕ ਰਸ ਇੱਕ ਉਮਰ ਵਿੱਚ ਰਹਿਣ ਵਾਲਾ ਹੈ ਤੂੰ। ਕਿਰਪਾਨ ਪਾਣ ਰਾਜਈ ਬਿਲੋਕ ਪਾਪ ਭਾਜਈ। ਫਿਰ ਕਿਰਪਾਨ ਦੀ ਗੱਲ ਕਰਦੇ ਨੇ, ਕਹਿੰਦੇ ਐ ਅਕਾਲ ਪੁਰਖ ਤੇਰੇ ਹਸਤ ਦੇ ਵਿੱਚ ਕਿਰਪਾਨ ਗਿਆਨ ਰੂਪੀ ਖੜਗ ਸ਼ੋਭਾ ਦੇ ਰਹੀ ਹੈ। ਬਿਲੋਕ ਪਾਪ ਭਾਜਈ, ਜਿਹੜੇ ਪਾਪ ਨੇ ਨਾ ਗਿਆਨ ਨੂੰ ਵੇਖ ਕੇ ਦੌੜਦੇ ਨੇ, ਗਿਆਨ ਨੂੰ ਵੇਖ ਕੇ ਅੰਧਕਾਰ ਦੌੜਦਾ ਹੈ। ਮਿਟਹਿ ਪਾਪ ਜਪੀਐ ਹਰ ਬਿੰਦ, ਉਹਦੇ ਨਾਮ ਨੂੰ ਵੇਖ ਕੇ ਪਾਪ ਦੌੜ ਜਾਂਦੇ ਨੇ। ਸੋ ਪਾਤਸ਼ਾਹ ਹੁਕਮ ਰੂਪੀ ਕਿਰਪਾਨ ਤੂੰ ਧਾਰੀ ਹੈ, ਤੇਰੇ ਵੱਲ ਵੇਖ ਕੇ ਪਾਪ ਜਿਹੜੇ ਨੇ ਮਹਾਰਾਜ ਕਹਿੰਦੇ ਉਹ ਦੌੜ ਜਾਂਦੇ ਨੇ। ਅਲੰਕ੍ਰਿਤੰ ਸੋ ਦੇਹਯੰ ਤਨੋ ਮਨੋ ਕੇ ਮੋਹਯੰ ਅਲੰਕ੍ਰਿਤੰ। ਜੇਵਰਾਂ ਦੇ ਸਹਿਤ ਜਿਵੇਂ ਕੋਈ ਸ਼ਿੰਗਾਰਿਆ ਹੋਵੇ ਨਾ, ਤੂੰ ਬਿਨਾਂ ਜੇਵਰਾਂ ਤੋਂ ਹੀ ਸ਼ਿੰਗਾਰ ਵਾਲਾ ਸੁੰਦਰ ਹੈ। ਤਨੋ ਮਨੋ ਕੇ ਮੋਹਯੰ, ਤਨ ਕਰਕੇ ਸਾਰਿਆਂ ਨੂੰ ਸੁੰਦਰ ਜਾਪਦਾ ਹੈ ਨੇਤਰਾਂ ਨਾਲ, ਤੇ ਮਨ ਦੇ ਨੇਤਰਾਂ ਨਾਲ ਵੀ ਮਨਾਂ ਨੂੰ ਮੋਹਣ ਵਾਲਾ ਤੂੰ ਹੈ। ਕਮਾਨ ਬਾਣ ਧਾਰਹੀ ਅਨੇਕ ਸਤਰ ਟਾਰਹੀ। ਮੈਦਾਨੇ ਜੰਗ ਵਿੱਚ ਤੂੰ ਕਮਾਨ ਧਾਰੀ ਹੈ, ਬਾਣ ਧਾਰੇ ਹੋਏ ਨੇ ਅਨੇਕ ਸਤਰ ਟਾਰਹੀ। ਜਿਹੜਾ ਤੇਰਾ ਨਾਮ ਲੈ ਕੇ ਮੈਦਾਨੇ ਜੰਗ ਵਿੱਚ ਉਤਰਦਾ ਏ, ਵੈਰੀ ਸਤਰ ਜਿਹੜੇ ਦੋਖੀ ਨੇ ਉਹ ਟਲ ਜਾਂਦੇ ਨੇ, ਉਹ ਮਿਟ ਜਾਂਦੇ ਨੇ। ਤੂੰ ਸਭ ਨੂੰ ਮਿਟਾਉਣ ਵਾਲਾ ਹੈ। ਐਸੀ ਅਕਾਲ ਪੁਰਖ ਦੀ ਉਪਮਾ ਵੀਰ ਰਸੀ ਰੂਪ ਅਤੇ ਪ੍ਰੇਮ ਰਸੀ ਰੂਪ ਵਿੱਚ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਦੀ ਪੁਰਜ਼ੋਰ ਕਲਮ ਚੋਂ ਪ੍ਰਗਟ ਹੋਈ ਹੈ। ਦਾਸ ਇੱਥੇ ਹੀ ਆਪਣੇ ਵਿਚਾਰ ਨੂੰ ਸੰਕੋਚਦਾ ਹੈ। ਦਾਸ ਸਮੂਹ ਸੰਗਤਾਂ ਨੂੰ ਇੱਕ ਬੇਨਤੀ ਕਰ ਦਵੇ, ਦਿੱਲੀ ਦੇ ਗੁਰਧਾਮਾਂ ਦੀਆਂ ਸੇਵਾਵਾਂ ਸੰਤ ਬਾਬਾ ਕਸ਼ਮੀਰ ਸਿੰਘ ਜੀ ਮਹਾਂਪੁਰਸ਼ ਭੂਰੀ ਵਾਲੇ, ਸੰਤ ਬਾਬਾ ਬਚਨ ਸਿੰਘ ਜੀ ਦਿੱਲੀ ਵਾਲੇ, ਸੰਤ ਗਿਆਨੀ ਹਰਨਾਮ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਆਪ ਸੰਗਤ ਦੇ ਸਹਿਯੋਗ ਨਾਲ ਨਿਭਾਉਂਦੇ ਨੇ। ਔਰ ਮਹਾਂਪੁਰਸ਼ ਬਾਬਾ ਕਸ਼ਮੀਰ ਸਿੰਘ ਜੀ ਅੱਜ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਦੇ ਚਰਨਾਂ ਵਿੱਚ ਵੀ ਨਤਮਸਤਕ ਹੋਣ ਇੱਥੇ ਪਹੁੰਚੇ ਨੇ। ਬਾਣੀ ਦਾ ਇੱਕ ਫਰਮਾਨ ਹੈ, ਆਪ ਮੁਕਤ ਸੰਗੀ ਤਰੇ ਕੁੱਲ ਕੁਟੰਬ ਉਧਾਰੇ, ਸਫਲ ਸੇਵਾ ਗੁਰਦੇਵ ਕੀ ਨਿਰਮਲ ਦਰਬਾਰੇ। ਜਿਹੜਾ ਸੇਵਾ ਵਿੱਚ ਹਿੱਸਾ ਪਾਉਂਦਾ ਹੈ ਤਨ ਮਨ ਧਨ ਕਰਕੇ, ਗੁਰੂ ਘਰਾਂ ਦੀ ਸੇਵਾ ਕਿਸੇ ਪ੍ਰਕਾਰ ਦੀ ਵੀ, ਮਹਾਰਾਜ ਕਹਿੰਦੇ ਆਪ ਤੇ ਮੁਕਤ ਹੈ। ਆਈ ਮਾਈ ਸੈਲਫ ਵਿਲ ਬੀ ਲਿਬਰੇਟਡ, ਮੈਂ ਤੇ ਆਪ ਮੁਕਤ ਹੋਵਾਂਗਾ, ਸੇਵਾ ਕਰਾਂਗਾ। ਨਾਲ ਨਾਲ ਕਹਿੰਦੇ ਪਰਿਵਾਰ ਵੀ, ਐਨਸੈਸਟਰਸ ਪਿਛਲੇ ਵੀ ਤਰ ਜਾਂਦੇ ਨੇ। ਸੋ ਵੱਧ ਤੋਂ ਵੱਧ ਸੇਵਾ ਵਿੱਚ ਗੁਰਧਾਮਾਂ ਦੀ ਹਿੱਸੇ ਪਾਇਆ ਕਰੀਏ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।